ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ
ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਵਾਹਿਗੁਰੂ ਸਾਹਿਬ ਜੀਓ ਸੋਰਠਾ ਹਿਰਦੈ ਆਨੰਦ ਬਿਲੰਦ ਪ੍ਰਭ ਮੁਕੰਦ ਕੋ ਪ੍ਰੇਮ ਔਰ ਸ਼ਬਦ ਬਦਤ ਸੁਖ ਕੰਦ ਆਸਾ ਰਾਗ ਸੁਗਾਏ ਗੁਰ ਹਿਰਦੈ ਆਨੰਦ ਬਿਲੰਦ ਪ੍ਰਭ ਮੁਕੰਦ ਕੋ ਪ੍ਰੇਮ ਔਰ ਸ਼ਬਦ ਬਦਤ ਸੁਖ ਕੰਦ ਆਸਾ ਰਾਗ ਸੁਗਾਏ ਗੁਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਗੁਰੂ ਗਰੀਬ ਨਵਾਜ ਨੇਚਲ ਚੌਰ ਛਤਰ ਤਖਤ ਕੇ ਮਾਲਕ ਗੁਰਤਾ ਤਖਤ ਤੇ ਸੁਭਾਏ ਮਾਨ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਾਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਕੀਤਾ ਹੈ। ਵੱਡੇ ਭਾਗਾਂ ਸਦਕਾ ਪਵਿੱਤਰ ਸਾਧ ਸੰਗਤ ਦੀਆਂ ਕੜੀਆਂ ਦਾ ਆਨੰਦ ਆਪਾਂ ਨਿਤਾ ਪ੍ਰਤੀ ਗੁਰੂ ਦਰਬਾਰਾਂ ਅੰਦਰ ਸਤਿਗੁਰਾਂ ਦੇ ਹਜ਼ੂਰ ਮਾਣ ਰਹੇ ਹਾਂ। ਪਿਛਲੇ ਸਮੇਂ ਤੋਂ ਚੱਲ ਰਹੀ ਗੁਰੂ ਘਰ ਦਰ ਅੰਦਰ ਪਾਵਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਦਰ ਘਰ ਦੀ ਅੰਮ੍ਰਿਤ ਰੂਪ ਗਾਥਾ ਨਾਨਕ ਪ੍ਰਕਾਸ਼ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਉਪਰੰਤ ਲੜੀਵਾਰ ਰੂਪ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਜੀਵਨ ਆਪਾਂ ਸ਼ਰਵਣ ਕੀਤਾ। ਜਿਵ ਜਿਵ ਹੁਕਮ ਤਿਵੈ ਤਿਵ ਕਾਰ ਸੱਚੇ ਪਾਤਸ਼ਾਹ ਜੀਆਂ ਮਿਹਰਾਮਤ ਕਰ ਨਿਰਵਿਘਨਤਾ ਬਖਸ਼ੀ ਅਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦਾ ਵੀ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ ਜਿੰਨਾ ਜੀਵਨ ਅੰਕਿਤ ਹੈ ਸਤਿਗੁਰਾਂ ਦੀ ਪਾਵਨ ਪਵਿੱਤਰ ਸੋਭਾ ਪਰਮਲ ਕਰਕੇ ਕੀਤੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਫਿਰ ਹਜ਼ੂਰ ਦਾ ਪਵਿੱਤਰ ਜੀਵਨ ਵਾਚਣ ਦਾ ਸ਼ਰਵਣ ਕਰਨ ਦਾ ਆਪਾਂ ਨੂੰ ਸੁਭਾਗ ਪ੍ਰਾਪਤ ਹੋਇਆ। ਔਰ ਹੁਣ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਪਵਿੱਤਰ ਜੀਵਨ ਪ੍ਰਸੰਗ ਆਪਾਂ ਸੁਣ ਰਹੇ ਹਾਂ। ਗੁਰੂ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਅਵਤਾਰ ਦੀ ਕਥਾ ਪਿਛਲੇ ਦੀਵਾਨ ਵਿੱਚ ਆਪਾਂ ਸਰਵਣ ਕੀਤੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਵਡਾਲੀ ਨਗਰ ਚਲੇ ਗਏ ਸਨ।
ਔਰ ਸਮਾਂ ਬੀਤਣ ਤੇ ਇਸੇ ਵਡਾਲੀ ਨਗਰ ਨੂੰ ਭਾਗ ਲੱਗੇ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਨਾ ਬੰਧੂ ਅਜਾਨ ਬਾਹੂ ਬੰਦੀ ਛੋੜ ਦਾਤਿਆਂ ਇੱਥੇ ਅਵਤਾਰ ਧਾਰਨਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਅਵਤਾਰ ਜਿਵੇਂ ਸਾਧ ਸੰਗਤ ਜੀ ਘੁੱਪ ਹਨੇਰੇ ਦੇ ਵਿੱਚ ਦੀਪਕ ਪ੍ਰਕਾਸ਼ ਹੁੰਦਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਮਾਤਾ ਗੰਗਾ ਜੀਆਂ ਦੀ ਜਿਹੜੀ ਪੀੜਾ ਹੈ ਉਹਨੂੰ ਦੂਰ ਕੀਤਾ, ਪਾਵਨ ਪਵਿੱਤਰ ਦਰਸ਼ਨ ਬਖਸ਼ਿਸ਼ ਕੀਤੇ ਔਰ ਹਜ਼ੂਰ ਦੇ ਅਵਤਾਰ ਸਮੇਂ ਹਾਜ਼ਰ ਰਹਿਣ ਵਾਲੀਆਂ ਦਾਈਆਂ ਜੋ ਕੌਤਕ ਵੇਖ ਵੇਖ ਹੈਰਾਨ ਹੁੰਦੀਆਂ ਕਿ ਬਾਲ ਹੱਸਦਾ ਤੇ ਚਿਹਰੇ ਦਾ ਨੂਰ ਡੁੱਲ ਡੁੱਲ ਪੈਂਦਾ, ਵੇਖ ਕੇ ਭੁੱਖ ਲੈ ਜਾਂਦੀ ਹੈ। ਉਸ ਕਮਰੇ ਵਿੱਚ 8 ਦੀਵੇ ਜਗਦੇ, ਹਜ਼ੂਰ ਦੇ ਅਵਤਾਰ ਸਮੇਂ ਸਾਰਿਆਂ ਹੀ ਦੀਵਿਆਂ ਦਾ ਪ੍ਰਕਾਸ਼ ਫਿੱਕਾ ਪੈਣਾ। ਇਹ ਇਹੋ ਜਿਹੇ ਕੌਤਕ ਵੇਖ ਵੇਖ ਦਾਈਆਂ ਬਹੁਤ ਹੈਰਾਨ ਹੁੰਦੀਆਂ। ਜਾ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਖਬਰ ਦਿੱਤੀ ਹੈ ਔਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਖਬਰ ਸੁਣ ਕਰਕੇ ਬਹੁਤ ਆਨੰਦ ਕੀਤਾ। ਇਸ਼ਨਾਨ ਪਾਣ ਕਰਨ ਉਪਰੰਤ ਹਜ਼ੂਰ ਚੌਂਕੜਾ ਲਾ ਕਰਕੇ ਸਮਾਧੀ ਵਿੱਚ ਲੀਨ ਹੋਏ ਔਰ ਆਉਣ ਵਾਲੇ ਸਮੇਂ ਨੂੰ ਜਾਣਦੇ ਹੋਏ ਸੱਚੇ ਪਾਤਸ਼ਾਹ ਅੰਤਰਜਾਮੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਜਾਨੀ ਜਾਣ ਸਤਿਗੁਰਾਂ ਨੇ ਫਿਰ ਸਾਹਿਬਜ਼ਾਦੇ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਥਾਏ ਆਸਾ ਰਾਗ ਅੰਦਰ ਜਿਵੇਂ ਸ਼ਬਦ ਉਚਾਰਿਆ, ਉਹ ਸਾਰੀ ਕਥਾ ਜਾਵੇਗੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਵਡਾਲੀ ਪਹੁੰਚਣਾ, ਭਾਈ ਗੁਰਦਾਸ ਜੀ ਨੇ ਆਉਣਾ। ਜਿਵੇਂ ਪ੍ਰਸੰਗ ਜਾ ਰਹੇ ਆ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਹਿਰਦੈ ਆਨੰਦ ਬਿਲੰਦ। ਤੋ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਾਈ ਦੇ ਪਾਸੋਂ ਸਾਹਿਬਜ਼ਾਦੇ ਦੇ ਅਵਤਰਨ ਦੀ ਜਿਹੜੀ ਖਬਰ ਸੁਣੀ ਹੈ। ਹਜ਼ੂਰ ਜਾਣਦੇ ਹੈ ਵੀ ਇਹ ਸੰਸਾਰ ਵਿੱਚ ਬਹੁਤ ਅਜਾਣ ਬਾਹੂ ਹੋਣਗੇ, ਬੜੀ ਸੂਰਮੇ ਯੋਧੇ ਹੋਣਗੇ। ਮਹਾਰਾਜ ਵੀ ਜਾਣਦੇ ਹੈ, ਬਾਕੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਵੀ ਇਸੇ ਤਰ੍ਹਾਂ ਹੀ ਹੋਏ ਸਨ। ਤੇ ਸਾਰੇ ਸੰਸਾਰ ਦੇ ਵਿੱਚ ਜ਼ੁਲਮ ਦਾ ਨਾਸ਼ ਕਰਨ ਵਾਲੇ ਹੋਣਗੇ, ਜਰਵਾਣਿਆਂ ਨੂੰ ਠੱਲ ਪਾਉਣ ਵਾਲੇ ਹੋਣਗੇ। ਸੱਚੇ ਪਾਤਸ਼ਾਹ ਜੀ ਸੁਣ ਕੇ ਸਾਹਿਬਜ਼ਾਦੇ ਦੇ ਆਗਮਨ ਦੀ ਖਬਰ ਹਿਰਦੇ ਵਿੱਚ ਬਹੁਤ ਭਾਰੀ ਆਨੰਦ ਕੀਤਾ ਹੈ। ਪ੍ਰਭ ਮੁਕੰਦ ਕੋ ਪ੍ਰੇਮ ਔਰ। ਜਿਸ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਹਿਰਦੇ ਅੰਦਰ ਉਸ ਅਕਾਲ ਪੁਰਖ ਪਰਮੇਸ਼ਰ ਦਾ ਬੜਾ ਭਾਰੀ ਪ੍ਰੇਮ ਜਾਗ ਰਿਹਾ ਹੈ, ਸਦਾ ਰਹਿੰਦਾ ਹੈ। ਸ਼ਬਦ ਬਦਤ ਸੁਖ ਕੰਦ। ਤੇ ਸੁੱਖਾਂ ਦੇ ਬੱਦਲ ਸੱਚੇ ਪਾਤਸ਼ਾਹ ਜੀਆਂ ਉਸ ਸਮੇਂ ਫਿਰ ਇੱਕ ਸ਼ਬਦ ਉਚਾਰਨ ਕੀਤਾ ਹੈ। ਆਸਾ ਰਾਗ ਸੁਗਾਏ ਗੁਰ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਸਾ ਰਾਗ ਦਾ ਸਮਾਂ ਜਾਣ ਕੇ ਆਸਾ ਰਾਗ ਵਿੱਚ ਪਵਿੱਤਰ ਸ਼ਬਦ ਗਾਇਨ ਕੀਤਾ ਹੈ। ਆਸਾ ਸ਼੍ਰੀ ਮੁਖ ਵਾਕ। ਆਸਾ ਮਹੱਲਾ ਪੰਜਵਾ। ਸਤਿਗੁਰ ਸਾਚੈ ਦੀਆ ਭੇਜ। ਤੋ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਆਸਾ ਰਾਗ ਅੰਦਰ ਇਹ ਪਵਿੱਤਰ ਸ਼ਬਦ ਸਤਿਗੁਰ ਸਾਚੈ ਦੀਆ ਭੇਜ। ਸੱਚੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਇਹ ਬਾਲ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਇਸ ਸੰਸਾਰ ਤੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਭੇਜ ਦਿੱਤਾ ਹੈ,
ਮਾਤਾ ਗੰਗਾ ਜੀਆਂ ਦੇ ਘਰ ਨੂੰ ਭਾਗ ਲੱਗੇ ਐ। ਚਿਰ ਜੀਵਨ ਉਪਜਿਆ ਸੰਜੋਗ, ਤੇ ਇਹੋ ਜਿਹਾ ਸੰਜੋਗ ਉਪਜਿਆ ਹੈ ਜਿਹੜਾ ਜਾਂ ਬਾਬਾ ਬੁੱਢਾ ਜੀ ਦੇ ਬਚਨਾਂ ਤੇ ਹੋਰ ਜਿਹੜਾ ਉਸ ਸਮੇਂ ਬੱਦਲ ਦਾ ਲਿਸ਼ਕਣਾ ਤੇ ਇਸੇ ਤਰ੍ਹਾਂ ਬਦਲੀ ਲਿਸ਼ਕਣੀ, ਬਿਜਲੀ ਲਿਸ਼ਕਣੀ, ਬੱਦਲ ਗਰਜਣਾ, ਠੰਡੀਆਂ ਹਵਾਵਾਂ, ਹਨੇਰ ਚੱਲਣਾ ਇਤਿਆਦਿਕ ਸੰਜੋਗ ਸ਼ੁਭ ਗੁਣ ਬਣੇ ਚਿਰ ਜੀਵਨ, ਤੇ ਇਹ ਬਾਲਕ ਚਿਰਜੀਵੀ ਹੋਵੇਗਾ। ਵੱਡੀ ਆਰਜਾ ਹਰਗੋਬਿੰਦ ਕੀ। ਗੁਰਬਾਣੀ ਵਿੱਚ ਮਹਾਰਾਜ ਨੇ ਹੋਰ ਥਾਈਂ ਵੀ ਸ਼ਬਦ ਵਰਤੇ ਹਨ। ਤੇ ਵੱਡੀ ਉਮਰਾਂ ਵਾਲੇ ਇਹ ਸਾਡੇ ਸਾਹਿਬਜ਼ਾਦੇ ਹੋਵਣਗੇ। ਉਦਰੈ ਮਾਹੇ ਆਏ ਕੀਆ ਨਿਵਾਸ, ਜਦੋਂ ਹਰਗੋਬਿੰਦ ਸਾਡੇ ਬਾਲਕ ਨੇ, ਸਾਹਿਬਜ਼ਾਦੇ ਨੇ, ਮਾਤਾ ਗੰਗਾ ਜੀ ਦੇ ਸਾਡੇ ਮਹਿਲ ਦੇ ਉਦਰ ਦੇ ਵਿੱਚ ਜਿਹੜਾ ਨਿਵਾਸ ਕੀਤਾ ਸੀ, ਆਣ ਵਾਸਾ ਕੀਤਾ ਸੀ। ਮਾਤਾ ਕੈ ਮਨ ਬਹੁਤ ਵਿਗਾਸ, ਤੇ ਹਰਗੋਬਿੰਦ ਸਾਹਿਬ ਦੇ ਮਾਤਾ ਗੰਗਾ ਜੀਆਂ ਦੇ ਮਨ ਵਿੱਚ ਬੜਾ ਵਿਗਾਸ ਕਹੀਏ ਖੇੜਾ ਸੀ। ਉਦੋਂ ਤੋਂ ਲੈ ਕੇ ਹੀ ਬੜੀ ਪ੍ਰਸੰਨ ਚਿੱਤ ਸਨ। ਜੰਮਿਆ ਪੂਤ ਭਗਤ ਗੋਬਿੰਦ ਕਾ, ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਹਰਗੋਬਿੰਦ ਸਾਹਿਬ ਜਿਹੜੇ ਜਨਮੇ ਅਵਤਰੇ ਹੈ, ਇਹ ਗੋ ਹਨੇਰੇ ਦੇ ਵਿੱਚ ਬਿੰਦ ਪ੍ਰਕਾਸ਼ ਸਰੂਪ ਜਿਹੜੇ ਪਰਮੇਸ਼ਰ ਨੇ, ਉਹ ਪਰਮੇਸ਼ਰ ਜੋ ਹੈ ਉਹਦੇ ਭਗਤ ਹਨ, ਉਹਦੇ ਮਹਾਨ ਭਗਤ ਪੈਦਾ ਹੋਏ ਹਨ। ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ, ਤੇ ਜਿਹੜਾ ਧੁਰ ਦਾ ਲਿਖਿਆ ਹੋਇਆ ਸੀ ਨਾ, ਕਿਉਂਕਿ ਜਿਵ ਜਿਵ ਹੁਕਮ ਤਿਵੈ ਤਿਵਕਾਰ ਹੈ ਨਾ, ਜਿਹੜਾ ਇਹਨਾਂ ਦਾ ਅਵਤਾਰ ਹੋਣਾ ਲਿਖਿਆ ਹੈ, ਇਹ ਧੁਰ ਦਾ ਲਿਖਿਆ ਹੋਇਆ ਧੁਰ ਦੁਰਗਾ ਦੇ ਲਿਖੇ ਹੋਏ ਜਿਹੜੇ ਵੈ ਉਹ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਨੇ ਮਿਹਰਾਮਤ ਕੀਤੀ। ਧੁਰ ਦਾ ਲਿਖਿਆ ਹੋਇਆ ਤੇ ਸਾਰਿਆਂ ਦੇ ਵਿੱਚ ਅੱਜ ਪ੍ਰਗਟ ਹੋ ਚੁੱਕਿਆ ਹੈ। ਪ੍ਰਤੱਖ ਅਵਤਾਰ ਧਾਰਿਆ ਪਰਮੇਸ਼ਰ ਨੇ। ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਕਿਉਂਕਿ ਸਾਧ ਸੰਗਤ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ। ਇਹ ਜਿਹੜਾ ਫਰਮਾਨ ਹੈ ਧੁਰ ਦਰਗਾਹ ਦਾ ਵੀ, ਜਦੋਂ ਜਦੋਂ ਭਗਤਾਂ ਤੇ ਭੀੜ ਪੈਂਦੀ ਪਰਮੇਸ਼ਰ ਅਵਤਾਰ ਧਾਰਦੇ ਹੈ। ਉਹ ਧੁਰ ਦਰਗਾਹ ਦਾ ਲਿਖਿਆ ਹੋਇਆ ਜਿਹੜਾ ਹੈ ਲੇਖ ਨਿਯਮ, ਉਹ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਰੂਪ ਵਿੱਚ ਪਰਮੇਸ਼ਰ ਪ੍ਰਗਟ ਹੋ ਗਏ। ਭਗਤਾਂ ਦੀ ਦੁਸ਼ਟ ਵਿਦਾਰਨ, ਸੰਤ ਉਬਾਰਨ, ਸੰਤਾਂ ਨੂੰ ਉਬਾਰਨ ਵਾਸਤੇ, ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਹਰਗੋਬਿੰਦ ਸਾਹਿਬ ਪ੍ਰਤੱਖ ਪ੍ਰਗਟ ਹੋਏ ਪਰਮੇਸ਼ਰ ਸਰੂਪ ਹਨ। ਤੋ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। ਜਿਹੜਾ ਮਾਸ ਮਹੀਨਿਆਂ ਦਾ ਹੁਕਮ ਪਰਮੇਸ਼ਰ ਨੇ ਜਿਵੇਂ ਨਿਯਮ ਬੱਧਾ, 10 ਮਹੀਨੇ ਬਾਅਦ ਬਾਬਾ ਬੁੱਢਾ ਸਾਹਿਬ ਜੀ ਦੇ ਵਰਦਾਨ ਤੋਂ ਪਰਮੇਸ਼ਰ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਇਸ ਬਾਲਕ ਨੇ ਅਵਤਾਰ ਧਾਰਿਆ। ਹਰਗੋਬਿੰਦ ਦਾ ਜਨਮ ਹੋਇਆ ਹੈ। ਮਿਟਿਆ ਸੈ ਸੰਗ ਮਹਾ ਆਨੰਦ ਥੀਆ, ਮਿਟਿਆ ਸੋਗ ਨਾਸ਼ ਹੋ ਗਿਆ ਹੈ। ਜਿਹੜਾ ਮਾਤਾ ਗੰਗਾ ਜੀ ਦੇ ਹਿਰਦੇ ਵਿੱਚ ਹੈ ਸੀ, ਉਹ ਸੋਗ ਨਾਸ਼ ਹੋਇਆ ਹੈ। ਜਾਂ ਗੁਰੂ ਘਰ ਦੇ ਜਿਹੜੇ ਪ੍ਰੇਮੀ ਸਨ, ਉਹਨਾਂ ਦੇ ਮਨ ਵਿੱਚ ਸੋਗ ਸੀ ਨਾ ਵੀ ਪ੍ਰਿਥੀ ਚੰਦ ਜਿਹੜਾ ਵਾ ਉਹ ਇਹੋ ਜਿਹੀਆਂ ਗੱਲਾਂ ਕਰਦਾ, ਗੁਰੂ ਘਰ ਤੇ ਗੁਰਿਆਈ ਤੇ ਮੈਲੀ ਅੱਖ ਰੱਖਦਾ ਹੈ। ਤੋ ਗੁਰਿਆਈ ਸੋਢੀਆਂ ਵਿੱਚ ਰਹਿਣੀ ਹੈ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਘਰ ਕੋਈ ਸਾਹਿਬਜ਼ਾਦਾ ਨਹੀਂ। ਇਹ ਗੁਰੂ ਕੇ ਪਿਆਰਿਆਂ ਨੂੰ ਔਰ ਮਾਤਾ ਗੰਗਾ ਜੀ ਨੂੰ, ਜਿਨ੍ਹਾਂ ਗੁਰਸਿੱਖਾਂ ਪ੍ਰੇਮੀਆਂ ਦੇ ਮਨ ਵਿੱਚ ਸੋਗ ਸੀਗਾ, ਮਿਟਿਆ ਸੋਗ ਮਹਾ ਆਨੰਦ ਥੀਆ। ਅੱਜ ਮਹਾਨ ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਤੋ ਉਹ ਜਿਹੜਾ ਸ਼ਬਦ ਮਹਾਰਾਜ ਨੇ ਜਿਵੇਂ ਉਚਾਰਿਆ ਹੈ, ਸਭ ਨੂੰ ਆਨੰਦ ਹੋ ਰਿਹਾ ਭਾਈ, ਸਭ ਜਿਹੜੇ ਖੁਸ਼ ਹੋ ਰਹੇ ਹਨ। ਗੁਰਬਾਣੀ ਸਖੀ ਆਨੰਦ ਗਾਵੇ, ਤੋ ਜਿਹੜੀਆਂ ਸਖੀਆਂ ਹਨ ਅਥਵਾ ਸਿੱਖਾਂ ਰੂਪੀ ਸਖੀਆਂ, ਬ੍ਰਹਮ ਗਿਆਨੀਆਂ ਤਤ ਬੇਤਿਆਂ, ਜਿਹੜੇ ਇਨਸਾਫ ਪਸੰਦ ਹਨ ਲੋਕ, ਉਹ ਸਖੀਆਂ ਗੁਰਸਿੱਖਾਂ ਗੁਰਮੁਖਾਂ ਗੁਰਮਤੀਆਂ ਰੂਪ ਸਖੀਆਂ ਜਿਹੜੀਆਂ ਉਹ ਗੁਰਬਾਣੀ ਗਾਉਂਦੀਆਂ ਹਨ। ਜਾਂ ਸੰਗਤਾਂ ਰੂਪੀ ਸਖੀਆਂ ਗੁਰਬਾਣੀ ਗਾਉਂਦੀਆਂ। ਕਿਹੜੀ ਗੁਰਬਾਣੀ? ਖਾਲਸਾ ਜੀ ਆਨੰਦ ਗਾਵੇ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਆਨੰਦ ਸਾਹਿਬ ਬਾਣੀ ਗਾ ਰਹੀਆਂ ਹਨ। ਸਾਚੇ ਸਾਹਿਬ ਕੈ ਮਨ ਭਾਵੈ, ਜਿਹੜੀ ਪਾਵਨ ਪਵਿੱਤਰ ਗੁਰਬਾਣੀ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸਾਚੇ ਕਈ ਜਿਹੜੇ ਸੱਚੇ ਸਨ, ਸਤ ਪ੍ਰਤੱਗੀ ਸਨ, ਕਹਿਣ ਕਰਨ ਦੇ ਪੂਰੇ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਮਨ ਨੂੰ ਮਿੱਠੀ ਲੱਗਣ ਵਾਲੀ, ਪਿਆਰੀ ਲੱਗਣ ਵਾਲੀ ਪਾਵਨ ਪਵਿੱਤਰ ਆਨੰਦ ਸਾਹਿਬ ਬਾਣੀ ਸਾਰੀਆਂ ਵਡਾਲੀ ਦੀਆਂ
ਜਾਂ ਗੁਰਸਿੱਖ ਸੰਗਤਾਂ ਗਾ ਰਹੀਆਂ ਹਨ। ਵਧੀ ਵੇਲ ਬਹ ਪੀੜੀ ਚਾਲੀ। ਤੋ ਵੇਲ ਵੱਧ ਚੁੱਕੀ ਹੈ, ਭਾਵ ਅੰਸ ਬੰਸ ਹੁਣ ਅੱਗੇ ਤੁਰ ਪਈ ਹੈ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ। ਵਧੀ ਵੇਲ ਬਹੁ ਪੀੜੀ ਚਾਲੀ, ਤੇ ਬੜੀ ਪੀੜੀ ਜਿਹੜੀ ਵੈ ਉਹ ਚੱਲੇਗੀ ਇਹਨਾਂ ਤੋਂ। ਭਾਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਗੇ ਜਿਹੜੇ ਖਾਲਸਾ ਜੀ, ਬਾਬਾ ਅਟਲ ਰਾਏ ਤੋਂ ਬਾਬਾ ਗੁਰਦਿੱਤਾ ਜੀ, ਗੁਰੂ ਤੇਗ ਬਹਾਦਰ ਜੀ ਤੇ ਆਦਿਕ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਹੋਣੇ। ਵਧੀ ਵੇਲ ਕਿੱਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਇੱਕ ਸਾਹਿਬਜ਼ਾਦੇ ਹੋਏ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਭਵਿੱਖਤ ਸਮੇਂ ਨੂੰ ਵਿਚਾਰਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵਧੀ ਵੇਲ ਬਹੁ ਪੀੜੀ ਚਾਲੀ। ਬਹੁਤ ਵੇਲ ਜਿਹੜੀ ਵੈ ਵੱਧ ਹੁਣ ਵਧੇਗੀ, ਤੇ ਕਾਫੀ ਵੀ ਜਿਹੜੀ ਸੋਢੀਆਂ ਦੀ ਪੀੜੀ ਅੱਗੇ ਤੁਰਨ ਲੱਗੀ ਹੈ। ਧਰਮ ਕਲਾ ਹਰ ਬੰਧ ਬਹਾਲੀ। ਤੇ ਧਰਮ ਦੀ ਕਲਾ ਕਹੀਏ ਸ਼ਕਤੀ ਹਰੀ ਪਰਮੇਸ਼ਰ ਨੇ ਹਰਗੋਬਿੰਦ ਸਾਹਿਬ ਵਿੱਚ ਬੰਧ ਕੇ, ਉਹਦੇ ਵਿੱਚ ਬੰਨ ਕੇ ਬਹਾਲ ਕੀਤੀ ਹੋਈ ਹੈ। ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਧਰਮ ਦੀ ਕਲਾ ਸ਼ਕਤੀ ਵਰਤ ਰਹੀ ਹੈ। ਹਰੀ ਪਰਮੇਸ਼ਰ ਨੇ ਇਹ ਜਿਹੜੀ ਧਰਮ ਦੀ ਕਲਾ ਹੈ, ਸ਼ਕਤੀ ਹੈ, ਬਲ ਹੈ, ਉਹ ਬੰਨ ਕੇ ਬਹਾਲ ਕੀਤਾ ਹੋਇਆ ਹੈ। ਮਨ ਚਿੰਦਿਆ ਸਤਿਗੁਰੂ ਦਿਵਾਇਆ। ਤੋ ਜਿਹੜਾ ਸਾਡੇ ਹਿਰਦੇ ਦਾ ਮਨ ਦੇ ਵਿੱਚ ਚਿੰਦਿਆ ਕਹੀਏ ਸੀਗਾ, ਇੱਛਕ ਫਲ ਸੀ ਨਾ ਪੁੱਤਰ ਦੇ ਹੋਣ ਦਾ, ਜਾਂ ਸਾਡੇ ਮਹਿਲ ਜਿਹੜੇ ਸਤਿਗੁਰੂ ਕਹਿੰਦੇ ਗੰਗਾ ਜੀ, ਉਹਨਾਂ ਦੇ ਜਿਹੜਾ ਹੈ ਸੀ ਮਨ ਦਾ ਫੁਰਨਾ, ਮਨ ਚਿੰਦਿਆ, ਉਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮੇਰਾਮਤ ਕਰਦੇ ਆਪਦੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਕਹਾ ਕੇ ਵਰਦਾਨ ਦੇ ਕੇ ਸਾਨੂੰ ਦਵਾ ਦਿੱਤਾ ਹੈ। ਭਏ ਅਚਿੰਤ ਏਕ ਲਿਵ ਲਾਇਆ। ਤੇ ਸਿੱਖ ਸਾਰੇ ਹੁਣ ਅਚਿੰਤ ਹੋ ਗਏ ਹੈ, ਕਿਉਂਕਿ ਇਹਨਾਂ ਨੂੰ ਅੱਗੇ ਗੁਰੂ ਮਿਲ ਚੁੱਕਾ ਹੈ। ਗੁਰੂ ਹਰਗੋਬਿੰਦ ਸਾਹਿਬ ਸਾਡੇ ਸਾਹਿਬਜ਼ਾਦੇ ਦੇ ਰੂਪ ਵਿੱਚ ਸਭ ਸਿੱਖ ਜਿਹੜੇ ਹੈ ਅਚਿੰਤ ਹੋ ਗਏ। ਇੱਕ ਪਰਮੇਸ਼ਰ ਵਿੱਚ ਸਿੱਖਾਂ ਨੇ ਲਿਵ ਕਹੀਏ ਸੁਰਤੀ ਬਿਰਤੀ ਨੂੰ ਲਾ ਦਿੱਤਾ ਹੈ, ਲਾਉਣਾ ਕੀਤਾ ਟਿਕਾਇਆ ਹੈ। ਜਿਆ ਬਾਲਕ ਪਿਤਾ ਉੱਪਰ ਕਰੇ ਬਹਮਾਨ। ਜਿਵੇਂ ਇੱਕ ਬਾਲਕ ਬੱਚਾ ਆਪਣੇ ਪਿਤਾ ਤੇ ਬਹੁਤ ਮਾਣ ਕਰਦਾ ਹੈ, ਜੋ ਮੰਗਦਾ ਪਿਤਾ ਤੋਂ ਮੰਗਦਾ ਹੈ, ਤੋ ਇਸੇ ਤਰ੍ਹਾਂ ਹੇ ਧੰਨ ਗੁਰੂ ਨਾਨਕ ਪਾਤਸ਼ਾਹ ਤਥਾ ਹੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਮਹਾਰਾਜ, ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਤੁਹਾਡੀ ਕਿਰਪਾ ਵਿੱਚ ਬੜੇ ਆਨੰਦ ਸੁਖ ਹੈ। ਤੋ ਜਿਵੇਂ ਸੰਸਾਰ ਦੇ ਵਿੱਚ ਇੱਕ ਪੁੱਤਰ ਪਿਤਾ ਤੇ ਮਾਣ ਕਰਦਾ ਹੈ, ਹੇ ਅਕਾਲ ਪੁਰਖ ਮਹਾਰਾਜ ਤੁਸੀਂ ਸਾਡੇ ਪਿਤਾ ਹੋ, ਤੇ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ। ਮਨਚਿੰਦੀਆਂ ਇੱਛੀਆਂ ਵਸਤੂਆਂ ਪ੍ਰਾਪਤ ਹੋ ਰਹੀਆਂ ਹਨ। ਬੁਲਾਇਆ ਬੋਲੇ ਗੁਰ ਕੈ ਭਾਣ। ਤੇ ਅਸੀਂ ਜੋ ਬੋਲ ਰਹੇ ਹਾਂ ਉਹ ਬੁਲਾਇਆ ਬੋਲਦੇ ਹੋ, ਆਪਹੁ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਊ ਜੀਓ। ਇਹ ਮਹਾਰਾਜ ਕਹਿੰਦੇ ਪਾਵਨ ਪਵਿੱਤਰ ਗੁਰਬਾਣੀ ਅਸੀਂ ਤਾਂ ਬੁਲਾਇਆ ਹੋਇਆ ਅਕਾਲ ਪੁਰਖ ਦੇ ਬੁਲਾਏ ਹੋਏ ਬੋਲ ਰਹੇ ਹਾਂ, ਗੁਰ ਦੇ ਭਾਣੇ ਵਿੱਚ ਹਾਂ। ਗੁੱਝੀ ਛੰਨੀ ਨਾਹੀ ਬਾਤ। ਤੇ ਇਹ ਬਾਤ ਜਿਹੜੀ ਗੱਲ ਹੈ, ਸੰਸਾਰ ਵਿੱਚ ਕੋਈ ਗੁੱਝੀ ਛੰਨੀ ਭਾਵ ਲੁਕੀ ਛਿਪੀ ਨਹੀਂ ਹੈ। ਸੰਸਾਰ ਵਿੱਚ ਹਰਗੋਬਿੰਦ ਸਾਹਿਬ ਦੇ ਅਵਤਾਰ ਹੋਣ ਦੀ ਗੱਲ ਜਿਹੜੀ ਨਾ ਗੁੱਝੀ ਹੈ ਤੇ ਨਾ ਗੁੱਝੀ ਰਹੇਗੀ। ਇਹ ਲੁਕੀ ਛੁਪੀ ਬਾਤ ਨਹੀਂ ਹੈ। ਜਾਂ ਜੋ ਅਸੀਂ ਬੋਲਦੇ ਹਾਂ ਇਹ ਪਰਮੇਸ਼ਰ ਦਾ ਹੁਕਮ ਦੇ ਅਨੁਸਾਰ ਬੋਲਦੇ ਹਾਂ। ਸੰਸਾਰ ਵਿੱਚ ਬਾਤ ਲੁਕੀ ਹੋਈ ਨਹੀਂ ਹੈ। ਗੁਰ ਨਾਨਕ ਤੁਠਾ ਕੀਨੀ ਦਾਤ। ਤੋ ਤਥਾ ਗੁੱਝੀ ਛੰਨੀ ਨਾਹੀ ਬਾਤ। ਇਹ ਗੱਲ ਸੰਸਾਰ ਵਿੱਚ ਕਿਤੇ ਲੁਕੀ ਛੁਪੀ ਨਹੀਂ ਹੈ। ਕਿਹੜੀ ਗੱਲ? ਗੁਰੂ ਨਾਨਕ ਤੁਠਾ ਕੀਨੀ ਦਾਤ। ਹਰਗੋਬਿੰਦ ਸਾਹਿਬ ਸਾਡੇ ਘਰ ਸਾਹਿਬਜ਼ਾਦੇ ਦਾ ਅਵਤਾਰ ਧਾਰਨਾ ਇਹ ਅਕਾਲ ਪੁਰਖ ਪਰਮੇਸ਼ਰ ਦੀ ਦਾਤ ਹੈ। ਕਿਹਨਾਂ ਦਵਾਈ ਹੈ? ਗੁਰੂ ਨਾਨਕ ਤੁਠਾ। ਸਾਡੇ ਘਰ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਠੇ ਹੈ ਤੇ ਘਰ ਵਿੱਚ ਸਾਹਿਬਜ਼ਾਦੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਬਿਲਾਵਲ ਮਹੱਲਾ ਪੰਜਵਾ। ਤਾਂ ਹਜ਼ੂਰ ਨੇ ਦੋ ਸ਼ਬਦ, ਇੱਕ ਆਸਾ ਰਾਗ ਦਾ, ਇੱਕ ਬਿਲਾਵਲ ਰਾਗ ਅੰਦਰ ਮਹਾਰਾਜ ਨੇ ਬਿਲਾਵਲ ਨਾਮ ਖਾਲਸਾ ਜੀ ਖੇੜੇ ਦਾ, ਖੁਸ਼ੀ ਦਾ, ਤੋ ਆਨੰਦ ਨੂੰ ਜਿਹੜਾ ਵਾ ਪ੍ਰਗਟ ਕਰਦਾ ਹੋਇਆ ਪਵਿੱਤਰ ਸ਼ਬਦ ਉਚਾਰਿਆ ਹੈ। ਸਗਲ ਆਨੰਦ ਕੀਆ ਪਰਮੇਸ਼ਰ। ਤੋ ਸਭ ਪਾਸੇ ਪਰਮੇਸ਼ਰ ਨੇ ਆਨੰਦ ਹੀ ਆਨੰਦ ਕਰ ਦਿੱਤਾ ਹੈ। ਖੁਸ਼ੀਆਂ ਖੇੜੇ ਵਡਾਲੀ ਵਿੱਚ ਵੀ, ਅੰਮ੍ਰਿਤਸਰ ਸਾਹਿਬ ਵਿੱਚ ਪਿਆਰ ਕਰਨ ਵਾਲੇ ਪ੍ਰੇਮੀ ਸਿੱਖਾਂ ਦੇ ਘਰ ਘਰ ਖੁਸ਼ੀਆਂ ਹੋ ਰਹੀਆਂ ਹਨ। ਆਪਣਾ ਬਿਰਦ ਸਮਾਰਿਆ। ਤੇ ਪਰਮੇਸ਼ਰ ਨੇ ਆਪ ਦਾ ਬਿਰਦ ਧਰਮ ਸੰਭਾਲਿਆ ਹੈ।
ਜੋ ਸਰਣ ਆਵੈ ਤਿਸ ਕੰਠ ਲਾਵੈ ਬਿਰਦ ਸੁਆਮੀ ਸੰਦਾ। ਪਰਮੇਸ਼ਰ ਦਾ ਫਿਰ ਇਹ ਬਿਰਦ ਹੈ ਕਿ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ਪਰਮੇਸ਼ਰ ਇਹ ਕਹਿੰਦੇ ਆ ਨਾ ਕਿ ਭਗਤ ਮੁਖ ਤੋਂ ਜੋ ਬੋਲਦੇ ਉਹ ਬਚਨ ਪੂਰੇ ਹੁੰਦੇ ਆ, ਤੇ ਪਰਮੇਸ਼ਰ ਨੇ ਉਹ ਬਿਰਦ ਸੰਭਾਲਿਆ ਆਪਦੇ ਭਗਤ ਪੂਰਨ ਸਾਧੂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਅੱਜ ਪੂਰਨ ਕਰ ਦਿੱਤਾ ਹੈ। ਸਾਧ ਜਨਾ ਹੋਏ ਕਿਰਪਾਲਾ। ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਸਾਧੂ ਜਨ, ਪੂਰਨ ਸਾਧੂ, ਪਰਮੇਸ਼ਰ ਦੇ ਜਿਹੜੇ ਅਨੰਨ ਸੇਵਕ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਸਿੱਖ, ਪੂਰਨ ਸਾਧੂ ਬਾਬਾ ਬੁੱਢਾ ਸਾਹਿਬ ਜੀ ਵਰਗੇ ਸਾਡੇ ਘਰ ਤੇ ਬੜੇ ਕਿਰਪਾਲੂ ਹੋਏ, ਕਿਰਪਾ ਕੀਤੀ ਹੈ। ਬਿਗਸੇ ਸਭ ਪਰਵਾਰਿਆ। ਤੇ ਸਭ ਸਿੱਖਾਂ ਦੇ ਪਰਿਵਾਰ ਅੱਜ ਖੁਸ਼ ਹੋ ਗਏ ਐ ਸਾਡੇ ਘਰ ਸਾਹਿਬਜ਼ਾਦੇ ਦੇ ਅਵਤਾਰ ਹੋਣ ਤੇ। ਕਾਰਜ ਸਤਿਗੁਰ ਆਪ ਸਵਾਰਿਆ। ਇਹ ਕਾਰਜ ਕਿਸੇ ਦਾ ਕੀਤਾ ਨਹੀਂ, ਬਾਬਾ ਬੁੱਢਾ ਸਾਹਿਬ ਜੀ ਦੇ ਜਰੀਏ ਦੁਆਰਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਸਵਾਰ ਦਿੱਤਾ ਹੈ। ਵੱਡੀ ਆਰਜਾ ਹਰ ਗੋਬਿੰਦ ਕੀ। ਤੋ ਮਹਾਰਾਜ ਕਹਿੰਦੇ ਹਰਗੋਬਿੰਦ ਸਾਹਿਬ ਸਾਡੇ ਸਾਹਿਬਜ਼ਾਦੇ ਜਿਨ੍ਹਾਂ ਦੀ ਵੱਡੀ ਆਰਜਾ, ਵੱਡੀ ਉਮਰਾ ਹੋਵੇਗੀ। ਸੁਖ ਮੰਗਲ ਕਲਿਆਣ ਵਿਚਾਰਿਆ। ਤੇ ਜਿਹੜਾ ਸੁਖ ਮੰਗਲ, ਸੁਖ ਮੰਗਲ ਖੁਸ਼ੀਆਂ ਤੋ ਕਲਿਆਣ ਜਿਹੜੀ ਮੁਕਤੀ ਹੈ, ਕਲਿਆਣ ਵੀ ਇੱਥੇ ਖਾਲਸਾ ਜੀ ਖੁਸ਼ੀਆਂ ਦਾ ਵਾਚਕ ਹੈ। ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ, ਇਹ ਅਸੀਂ ਸਭ ਕੁਝ ਸਿੱਖਾਂ ਨੇ ਸਾਡੇ ਘਰ ਅਵਤਾਰ ਹੋਇਆ ਜਾਣ ਕੇ ਇਹ ਵਿਚਾਰਿਆ ਵੀ ਹੁਣ ਸਾਡੇ ਘਰ ਵਿੱਚ ਆਨੰਦ ਹੀ ਆਨੰਦ ਹਨ। ਜਾਂ ਇਹ ਜੋ ਸਾਹਿਬਜ਼ਾਦੇ ਪੈਦਾ ਹੋਏ ਹੈ ਵੱਡੀ ਆਰਜਾ ਵਾਲੇ ਹੈ, ਬਲ ਵਾਲੇ ਹੋਣਗੇ, ਤੋ ਸਾਰਿਆਂ ਨੂੰ ਸੁਖ ਦੇਣ ਵਾਲੇ ਹੈ, ਮੰਗਲ ਦੇਣ ਵਾਲੇ, ਆਨੰਦ ਦੇਣ ਵਾਲੇ ਹੈ, ਸਭ ਦੀ ਕਲਿਆਣ ਕਰਨ ਵਾਲੇ, ਮੁਕਤੀ ਦੇਣ ਵਾਲੇ ਹੈ। ਸਿੱਖਾਂ ਨੇ ਵਿਚਾਰਨਾ ਕੀਤਾ ਹੈ। ਰਹਾਉ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ। ਤੋ ਵਣ ਜਿਹੜੇ ਜੰਗਲ ਹੈ, ਤ੍ਰਿਣ ਖਾਲਸਾ ਜੀ ਕੱਖ ਜੋ ਹੈ, ਤ੍ਰਿਭਵਨ ਤਿੰਨੇ ਭੌਣਾ ਜਿਹੜੇ ਇਹ ਹਰੇ ਹੋ ਗਏ ਹਨ। ਅੱਜ ਸੁੱਕੇ ਜਿਹੜੇ ਵੈ ਸੂਕੇ ਹਰੇ ਕੀਏ ਖਿਨ ਮਾਹੇ। ਤੋ ਇਹ ਧੰਨ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਸਾਡੇ ਬਾਲ ਹਰਗੋਬਿੰਦ ਸਾਹਿਬ ਪਰਮੇਸ਼ਰ ਸਰੂਪ ਹਨ ਭਾਈ, ਕਿਉਂਕਿ ਮਹਾਰਾਜ ਜਾਣਦੇ ਆ ਪਰਮੇਸ਼ਰ ਨੇ ਅਵਤਾਰ ਧਾਰਿਆ ਹੈ। ਤੋ ਇਹ ਜੋ ਬਾਲ ਹੈ ਪਰਮੇਸ਼ਰ ਸਰੂਪ ਹੈ। ਵਣ ਤ੍ਰਿਣ ਤੇ ਤਿੰਨਾਂ ਭੌਣਾ ਨੂੰ ਹਰਿਆ ਕਰਨ ਵਾਲੇ ਹੈ, ਹਰੇ ਕਰ ਦੇਵਣਗੇ। ਜਾਂ ਜਿਹੜੇ ਜ਼ੁਲਮ ਨੇ ਸੁਕਾਏ ਹੋਏ ਸਾਧੂਆਂ ਰੂਪੀ ਬੂਟੇ ਹੈ, ਸਾਧੂਆਂ ਨੂੰ ਜਿਹੜਾ ਵਾ ਕਤਲੋ ਗਾਰਤ ਕੀਤੀ ਜਾਣੀ, ਤੋ ਜਿਹੜੇ ਪਰਮੇਸ਼ਰ ਦੇ ਭਗਤਾਂ ਰੂਪੀ ਜਿਹੜੇ ਬੂਟੇ ਹੈ ਨਾ ਉਹ ਸੁਕਾ ਦਿੱਤੇ ਹੈ, ਉਹਨੂੰ ਹਰਿਆ ਕਰਨਗੇ। ਤਥਾ ਸਾਧ ਸੰਗਤ ਜੀ ਵਣ ਕਹੀਏ ਜਿਹੜਾ ਅੱਜ ਸੰਸਾਰ ਦੇ ਮਾਰੇ ਕਹਿੰਦੇ ਆ ਕਿ ਵਿੱਚੋਂ ਜਿਹੜਾ ਸ਼ਰਧਾ ਰੂਪੀ ਜਿਹੜਾ ਵਣ ਕਹੀਏ ਬਾਗ ਸੁੱਕ ਚੁੱਕਾ ਹੈ। ਤ੍ਰਿਣ ਖਾਲਸਾ ਜੀ ਪ੍ਰੇਮ ਰੂਪੀ ਕੱਖ ਜਿਹੜੇ ਉਹ ਸੁੱਕ ਚੁੱਕੇ ਹਨ। ਤੋ ਤਿੰਨੇ ਭੌਣ ਜਿਹੜੇ ਆ, ਸਤ ਨਹੀਂ ਹੈ, ਸੰਤੋਖ ਨਹੀਂ ਹੈ, ਦਇਆ ਨਹੀਂ ਹੈ, ਇਹ ਸਭ ਸਾਡੇ ਬਾਲ ਹਰਗੋਬਿੰਦ ਸਾਹਿਬ ਵੱਡੇ ਹੋਏ ਤੋਂ ਹਰੇ ਕਰ ਦੇਣਗੇ, ਸਿੱਖੀ ਦਾ ਪਸਾਰ ਕਰਕੇ, ਨਾਮ ਦੀਆਂ ਦਾਤਾਂ ਵੰਡ ਕੇ। ਸਗਲੇ ਜੀ ਸਾਧਾਰਿਆ। ਤੋ ਸਗਲੇ ਜਿੰਨੇ ਸਾਰੇ ਜੀਵ ਹੈ ਨਾ, ਜਿੰਨੇ ਜੜ ਜੰਗਮ ਹੈ ਜਾਂ ਚਾਰੇ ਖਾਣੀਆਂ ਦੇ ਜਿੰਨੇ ਜੀਵ ਹੈ, ਸਾਧਾਰਿਆ ਕਹੀਏ ਸੱਸਾ ਤੋਂ ਭਾਵ ਸਹਿਤ ਤੇ ਕੰਨੇ ਚੋਂ ਐੜ ਦੀ ਸੰਧੀ ਨਿਕਲੇ, ਆਧਾਰਿਆ ਨਾਮ ਖਾਲਸਾ ਦੀ ਆਸਰੇ ਦਾ ਹੁੰਦਾ ਹੈ। ਉਹ ਸਹਿਤ ਆਸਰੇ ਦੇ ਹੋ ਗਏ ਜਿੰਨੇ ਜੀਵ ਜੰਤੂ ਹਨ। ਮਨ ਇੱਛੇ ਨਾਨਕ ਫਲ ਪਾਏ। ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਮਿਹਰਾਮਤ ਕੀਤੀ ਹੈ, ਸਭ ਦੇ ਮਨ ਇੱਛੇ ਫਲ ਪ੍ਰਾਪਤ ਹੋ ਰਹੇ ਹੈ। ਜਾਂ ਸਭ ਜਿਹੜੇ ਸਾਡੇ ਮਨ ਦੀ ਇੱਛਾ ਸੀ ਪਰਮੇਸ਼ਰ ਨੇ ਪੂਰਨ ਕਰ ਦਿੱਤੀ ਹੈ। ਸਿੱਖ ਵੀ ਅਰਦਾਸਾਂ ਕਰਦੇ ਸੀ, ਤੋ ਸਭ ਦੀਆਂ ਇੱਛਾਵਾਂ ਇਹ ਹਰਗੋਬਿੰਦ ਸਾਹਿਬ ਦੇ ਅਵਤਾਰ ਹੋਣ ਕਾਰਨ ਪੂਰਨ ਹੋ ਗਈਆਂ ਹਨ। ਪੂਰਨ ਇੱਛ ਪੁਜਾਰਿਆ। ਉਹ ਸਾਰੀ ਜਿਹੜੀ ਇੱਛਾ ਹੈ ਪਰਮੇਸ਼ਰ ਨੇ ਪੂਰਨ ਕਰ ਦਿੱਤੀ ਹੈ, ਕਿਉਂਕਿ ਅਕਾਲ ਪੁਰਖ ਪਰਮੇਸ਼ਰ ਇੱਛਾ ਨੂੰ ਪੂਰੀਆਂ ਕਰਨ ਵਾਲਾ ਹੈ। ਦੋਹਰਾ ਸਤਿਗੁਰ ਨਾਨਕ ਦੀਨ। ਅੱਗੇ ਕਵੀ ਜੀ ਆਪਦੇ ਮਤ ਅਨੁਸਾਰ ਇਹਦੇ ਅਰਥ ਕਰਦੇ ਸੰਖੇਪ ਰੂਪ ਅੰਦਰ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਹੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ ਜਿਨ੍ਹਾਂ ਨੇ ਇਹ ਮਿਹਰਾਮਤ ਕਰਕੇ ਦਾਤ ਬਖਸ਼ੀ ਹੈ। ਚਿਰ ਜੀਵੀ ਜਗ ਮਾਹੇ। ਤੋ ਸਤਿਗੁਰ ਨਾਨਕ ਦੀਨ ਸੁਤ ਇੱਥੇ ਵਿਸ਼ਰਾਮ ਹੈ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੁੱਤਰ ਬਖਸ਼ਿਸ਼ ਕੀਤਾ ਹੈ, ਸਾਹਿਬਜ਼ਾਦਾ ਬਖਸ਼ਿਸ਼ ਕੀਤਾ ਹੈ, ਜਿਹੜਾ ਸੰਸਾਰ ਵਿੱਚ ਚਿਰਜੀਵੀ ਹੋਵੇਗਾ, ਲੰਮੀ ਉਮਰਾਂ ਵਾਲਾ ਹੋਵੇਗਾ। ਚਿਤ ਅਪੁੱਤਰ ਕੋ ਸ਼ੋਕ ਹਰ, ਜਿਹੜਾ ਚਿੱਤ ਵਿੱਚ ਆ ਪੁੱਤਰ ਆ ਨਾ ਹੋਣਾ ਪੁੱਤਰ, ਉਹ ਸ਼ੋਕ ਸੀ ਨਾ, ਦੁੱਖ ਸੀਗਾ, ਉਹ ਹਰ ਨਾਸ਼ ਕਰ ਦਿੱਤਾ ਹੈ ਪਰਮੇਸ਼ਰ ਨੇ। ਕਹਿੰਦੇ ਸੀ ਪ੍ਰਿਥੀ ਚੰਦ ਵਰਗੇ ਪੁੱਤਰ ਨਾ ਹੈ ਨਾ ਹੋਣਾ, ਤੋ ਉਹ ਸ਼ੋਕ ਸੀ ਨਾ ਜਿਹੜਾ ਸੰਗਤਾਂ ਅੰਦਰ, ਗੰਗਾ ਮਾਤਾ ਜੀ ਦੇ ਅੰਦਰ, ਉਹ ਸਾਰਾ ਸ਼ੋਕ ਦੁੱਖ ਜਿਹੜਾ ਵੈ ਪਰਮੇਸ਼ਰ ਨੇ ਨਾਸ਼ ਕਰ ਦਿੱਤਾ ਹੈ। ਮੰਗਲ ਆਨੰਦ ਉਛਾਹੇ, ਤੇ ਆਨੰਦ ਮੰਗਲ ਬਖਸ਼ਿਸ਼ ਕੀਤੇ ਹੈ, ਉਸ਼ਾਹ ਕਹੀਏ ਉਤਸ਼ਾਹ ਹੋ ਰਿਹਾ ਹੈ ਅਵਤਾਰ ਉੱਪਰ। ਧਰਮ ਕਲਾ ਤੇ ਕੁਲ ਚੱਲੀ, ਧਰਮ ਦੀ ਕਲਾ ਬਲ ਦੇ ਨਾਲ, ਧਰਮ ਦੇ ਗੁਣਾਂ ਦੇ ਨਾਲ, ਧਰਮ ਦੀ ਮਰਿਆਦਾ ਦੇ ਨਾਲ ਸੋਢ ਵੰਸ਼ ਅੱਗੇ ਤੁਰ ਚੱਲੀ ਹੈ। ਮਨ ਚਿੰਦਿਆ ਫਲ ਪਾਏ, ਤੇ ਮਨ ਨੂੰ ਇੱਛਾ ਫਲ ਅੱਜ ਪ੍ਰਾਪਤ ਹੋ ਚੁੱਕਾ ਹੈ। ਹੋਏ ਪ੍ਰਸੰਨ ਨਾਨਕ ਗੁਰੂ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਡੇ ਘਰ ਤੇ ਪ੍ਰਸੰਨ ਹੋਏ ਹਨ। ਦਾਤੋ ਨ ਛਪੈ ਛਪਾਏ, ਇਹ ਦਾਤ ਜਿਹੜੀ ਗੁਰੂ ਨਾਨਕ ਪਾਤਸ਼ਾਹ ਦਿੱਤੀ ਹੈ, ਇਹ ਕਿਸੇ ਸੰਸਾਰ ਤੋਂ ਛੁਪੀ ਰਹਿਣ ਵਾਲੀ ਨਹੀਂ, ਇਹ ਸਾਡੇ ਬਾਹਲ ਹਰਗੋਬਿੰਦ ਸਾਹਿਬ ਸੰਸਾਰ ਸਾਰੇ ਵਿੱਚ ਪ੍ਰਗਟ ਹੋਵਣਗੇ। ਬੁੱਢਾ ਸਾਹਿਬ ਸਾਧ ਜਨ, ਜਿਹੜਾ ਪੂਰਨ ਸਾਧੂ ਹੈ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਕਿਰਪਾ ਕਰੀ ਦਿਓ ਆਨੰਦ, ਉਹਨਾਂ ਕਿਰਪਾ ਕੀਤੀ ਹੈ, ਤੋ ਨੰਦ ਨਾਮ ਪੁੱਤਰ ਦਾ ਪੁੱਤਰ ਹੋਣ ਦਾ ਵਰਦਾਨ ਦਿੱਤਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਦੇ ਵਿੱਚੋਂ ਦੀ ਵਰਤੇ ਹਨ। ਵੱਡੀ ਬੈਸ ਕਲਿਆਣ ਜੋਤ, ਤੋ ਵੱਡੀ ਬੈਸ ਉਮਰਾ ਹੋਵੇਗੀ ਜਿਨ੍ਹਾਂ ਦੀ ਕਲਿਆਣ ਦੇ ਸਹਿਤ ਹੈ, ਜਾਂ ਵੱਡੀ ਉਮਰਾ ਵਾਲੇ ਧੰਨ ਬਾਬਾ ਬੁੱਢਾ ਸਾਹਿਬ ਜੀ ਕਲਿਆਣ ਦੇ ਸਹਿਤ ਹਨ, ਮੁਕਤੀਆਂ ਬਖਸ਼ਣ ਵਾਲੇ ਵੀ ਹੈ, ਤੇ ਆਪ ਮੁਕਤੀ ਦੇ ਸਹਿਤ ਹਨ। ਹੋਏ ਹੈ ਹਰ ਗੋਬਿੰਦ, ਵਾਹਿਗੁਰੂ ਇਹ ਹਰਗੋਬਿੰਦ ਸਾਹਿਬ ਹੋਣਗੇ, ਕਲਿਆਣ ਦੇਣ ਵਾਲੇ ਵੀ ਹੋਣਗੇ, ਔਰ ਵੱਡੀ ਉਮਰਾਂ ਵਾਲੇ ਹੋਣਗੇ, ਐਸੇ ਹੋਵਣਗੇ ਸਮੇਂ ਆਉਣ ਤੇ। ਸਵਈਆ ਛੰਦ ਆਸਾ ਰਾਗ ਸਮੈ ਕੋ ਲਖ ਕਰ, ਤੋ ਕਵੀ ਜੀ ਕਹਿੰਦੇ ਆਸਾ ਰਾਗ ਦਾ ਸਮਾਂ ਸੀ ਜਦੋਂ ਮਹਾਰਾਜ ਜੀਆਂ ਸ਼ਬਦ ਉਚਾਰਿਆ, ਆਸਾ ਰਾਗ ਦਾ ਸਮਾਂ ਜਾਣ ਕਰ। ਗਾਇਆ ਸ਼ਬਦ ਪ੍ਰੇਮ ਪ੍ਰਭ ਨਾਲ, ਤੇ ਪ੍ਰਭੂ ਦੇ ਪ੍ਰੇਮ ਦੇ ਨਾਲ ਹਜ਼ੂਰ ਨੇ ਇਹ ਆਸਾ ਰਾਗ ਦਾ ਸ਼ਬਦ ਉਚਾਰਨਾ ਕੀਤਾ ਹੈ। ਦੁਤੀ ਬਿਲਾਵਲ ਮੰਗਲ ਸੂਚਕ, ਤੇ ਦੂਜਾ ਸ਼ਬਦ ਮਹਾਰਾਜ ਨੇ ਬਿਲਾਵਲ, ਬਿਲਾਵਲ ਕਹਿੰਦੇ ਆਨੰਦ ਦਾ ਸੂਚਕ ਕਹੀਏ, ਦੱਸਣ ਵਾਲਾ ਹੈ, ਆਨੰਦ ਨੂੰ ਜਣਾਉਣ ਵਾਲਾ ਜਿਹੜਾ ਬਿਲਾਵਲ ਰਾਗ ਹੈ, ਉਹਦੇ ਵਿੱਚ ਮਹਾਰਾਜ ਦਾ ਦੂਸਰਾ ਸ਼ਬਦ ਆਪਾਂ ਸੁਣਿਆ ਹੈ। ਸ਼ਬਦ ਬਨਾਇਓ ਆਨੰਦ ਵਿਸ਼ਾਲ, ਬੜੇ ਭਾਰੀ ਆਨੰਦ ਦੇ ਬਖਸ਼ਣ ਵਾਲੇ ਇਹ ਸ਼ਬਦ ਮਹਾਰਾਜ ਨੇ ਬਣਾਉਣਾ ਕੀਤੇ ਹੈ, ਉਚਾਰਨਾ ਕੀਤੇ। ਦੋ ਸ਼ਬਦ ਹਜੂਰ ਨੇ, ਇੱਕ ਆਸਾ ਰਾਗ ਵਿੱਚ ਜਿਹੜਾ ਪਿੱਛੇ ਸੁਣਿਆ, ਇੱਕ ਬਿਲਾਵਲ ਰਾਗ ਅੰਦਰ ਉਚਾਰਿਆ ਹੈ। ਉਤਸਵ ਇਮ ਹੋਵਤ ਸੋਭ ਹਰਖਤ, ਤੇ ਸੋਗ ਨਾਸ਼ ਹੋ ਰਹੇ ਹੈ, ਉਤਸਵ ਹੋ ਰਿਹਾ ਹੈ, ਬਹੁਤ ਭਾਰੀ ਉਤਸ਼ਾਹ ਹੋ ਰਿਹਾ ਹੈ। ਭਈ ਪਰ ਭਾਤ ਉਦਿਓ ਅੰਸ ਮਾਲ, ਤੇ ਇੰਨੇ ਸਮੇਂ ਨੂੰ ਮਹਾਰਾਜ ਨੇ ਇਹ ਸ਼ਬਦ ਜਦੋਂ ਉਚਾਰੇ ਅੰਮ੍ਰਿਤ ਵੇਲੇ, ਹੌਲੀ ਹੌਲੀ ਸਮਾਂ ਲੰਘਿਆ, ਦਿਨ ਚੜ੍ਹ ਚੁੱਕਿਆ, ਸੂਰਜ ਉੱਪਰ ਆਇਆ ਹੈ। ਬ੍ਰਹਮ ਸਮਸਤ ਵਿਖੈ ਸੁਧ ਸੁਖ ਦਾ, ਤੇ ਇਹ ਗੱਲ ਜਿਹੜੀ ਨਾ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਦੀ, ਇਹ ਇਕੱਲੇ ਵਡਾਲੀ ਮਹਾਰਾਜ ਦੇ ਘਰ ਵਿੱਚ ਨਹੀਂ ਰਹੀ, ਸਾਰੇ ਵਡਾਲੀ ਨਗਰ ਵਿੱਚ ਫੈਲਣ ਲੱਗੀ ਹੈ, ਸੁਖ ਦੇਣ ਵਾਲੀ। ਭਨ ਹੈ ਸੁਨ ਹੈ ਆਵ ਹੈ ਤਤਕਾਲ, ਤੋ ਜਿਹੜੇ ਮਾਈ ਭਾਈ ਸੁਣਦੇ ਐ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਸਾਹਿਬਜ਼ਾਦੇ ਅਵਤਾਰ ਧਾਰਿਆ, ਸੁਣਦੇ ਸਾਰ ਸਾਰੇ ਹੀ ਆਉਂਦੇ ਹਨ, ਕੋਈ ਦੱਸਦਾ ਹੈ, ਦੂਜਾ ਸੁਣਦਾ ਹੈ, ਸੁਣ ਕੇ ਦੌੜੇ ਆਉਂਦੇ ਐ। ਬੰਧਨ ਵਾਰ ਹਰਿਤ ਦਾਲ ਫੂਲਨ, ਤੇ ਜਿਹੜੇ ਵੈ ਕੁਝ ਵਧਾਈਆਂ ਦੀ ਮਾਇਆ ਦੀ ਇੱਛਾ ਰੱਖਣ ਵਾਲੇ, ਉਹਨਾਂ ਨੇ ਆ ਪੱਤੇ ਤੇ ਫੁੱਲ ਗੁੰਦ ਗੁੰਦ ਕੇ ਜਿਹੜੇ ਬੰਦਤ ਵਾਰ ਹੁੰਦੇ ਆ, ਜਿਹੜੇ ਦਰਵਾਜ਼ੇ ਤੇ ਲਟਕਾਉਂਦੇ ਆ, ਉਹ ਪੱਤੇ ਬੰਨ ਬੰਨ ਕੇ ਸ਼ਗਨਾਂ ਜਣਾਉਣ ਵਾਲੀਆਂ ਉਹ ਨਿਸ਼ਾਨੀਆਂ ਤੇ ਮਹਾਰਾਜ ਦੇ ਦਰਵਾਜ਼ੇ ਤੇ ਆਣ ਬੰਨੇ ਹਨ। ਅਨੇਕ ਬਰਨ ਕੀ ਰਚ ਕਰ ਸੋਏ, ਤੇ ਬੜੇ ਸੋਹਣੇ ਤਰ੍ਹਾਂ ਦੇ ਪੱਤੇ ਵਿੱਚ ਫੁੱਲ ਬੰਨ ਬੰਨ ਕੇ, ਸੋਹਣੇ ਖਿਡੌਣੇ ਬੰਨ ਬੰਨ ਕੇ ਤੇ ਹਜ਼ੂਰ ਦੇ ਦਰਵਾਜ਼ੇ ਲਿਆਣ ਬੰਨੇ ਹਨ। ਸ਼੍ਰੀ ਗੁਰ ਘਰਦਾਰ ਪਰਬਾਹ ਬੰਧੀ, ਆ ਜਿਹੜੇ ਇਹ ਬੰਦਤ ਵਾਰ ਕਹਿੰਦੇ ਇਹਨਾਂ ਨੂੰ, ਉਹ ਸਾਰੇ ਬੰਨ ਦਿੱਤੇ ਆ, ਲਿਆ ਕੇ ਸੱਚੇ ਪਾਤਸ਼ਾਹ ਦੇ ਦਰਵਾਜ਼ੇ ਉੱਪਰ ਸੋਹਣੇ ਫੱਬ ਰਹੇ ਆ। ਲਾਘ ਧੁੰਦ
ਸੰਦਭ ਮਧੁਰੀ ਤੋ ਨ ਹੋਏ। ਇੱਕ ਪਾਸੇ ਸੋਹਣੇ ਨਗਾਰੇ ਵੱਜ ਰਹੇ ਐ ਤੇ ਮਿੱਠੀ ਮਿੱਠੀ ਉਹਨਾਂ ਦੀ ਧੁਨ ਪੈ ਰਹੀ ਹੈ, ਆਵਾਜ਼ ਆ ਰਹੀ ਹੈ। ਅਬ ਲਾਲ ਲਿਤ ਕਲਿਤ ਬਾਰ ਬਸਤਰਨ। ਤੋ ਬਹੁਤ ਸੋਹਣੀ ਜਿਹੜੀ ਹੈ ਉਹ ਸ਼ੋਭਾ ਛਾ ਰਹੀ ਹੈ। ਥੋੜੇ ਥੋੜੇ ਨਗਾਰੇ ਵੱਜਦੇ ਹੈ, ਬਹੁਤ ਭੀੜ ਮਹਾਰਾਜ ਦੇ ਘਰ ਜੁੜੀ ਹੋਈ ਹੈ। ਤੋ ਵਡਾਲੀ ਨਗਰ ਦੀਆਂ ਜਿਹੜੀਆਂ ਮਾਈਆਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਆ ਰਹੀਆਂ ਹਨ। ਸੁੰਦਰ ਬਸਤਰ ਜਿਹੜੇ ਵੈ ਤਰ੍ਹਾਂ ਤਰ੍ਹਾਂ ਦੇ, ਨਾਨਾ ਤਰ੍ਹਾਂ ਦੇ ਬਸਤਰ ਸੋਹਣੇ ਸ੍ਰੇਸ਼ਟ ਪਾਏ ਹੋਏ ਆ, ਗਹਿਣੇ ਪਾ ਪਾ ਕੇ ਆ ਰਹੀਆਂ ਹਨ। ਜੇਵਰ ਜੇਬ ਅਜਾਇਬ ਜੋਏ। ਤੋ ਬੇਸ਼ਕੀਮਤੀ ਗਹਿਣੇ ਜਿਹੜੇ ਵੈ ਪਾਏ ਹੋਏ ਆ, ਗਲਾਂ ਵਿੱਚ, ਹੱਥਾਂ ਵਿੱਚ, ਪੈਰਾਂ ਵਿੱਚ, ਉਹ ਮਾਈਆਂ ਮਹਾਰਾਜ ਦੇ ਘਰ ਵਿੱਚ ਆ ਰਹੀਆਂ ਬੱਚੇ ਦੇ, ਬਾਲਕ ਦੇ ਦਰਸ਼ਨ ਕਰਨ ਵਾਸਤੇ ਸ਼ੋਭਾ ਸਹਿਤ। ਦੇਤੋ ਬਧਾਈ ਆਪਸ ਮਹਿ ਮਿਲ। ਤੇ ਚਾਅ ਬਹੁਤ ਹੈ ਸੰਗਤਾਂ ਨੂੰ, ਸਿੱਖ ਸੰਗਤਾਂ, ਮਾਈਆਂ, ਭਾਈ, ਸਿੱਖ ਜਿੰਨੇ ਬੱਚੇ ਬੁੱਢੇ, ਉਹ ਇੱਕ ਦੂਜੇ ਨੂੰ ਮਿਲਦੇ ਜਦੋਂ ਤੇ ਖੁਸ਼ ਹੁੰਦੇ, ਭਾਈ ਬਹੁਤ ਚੰਗਾ ਹੋਇਆ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰ ਅਵਤਾਰ ਧਾਰਿਆ ਹੈ ਬਾਲਕ ਨੇ। ਤੋ ਇਸ ਤਰ੍ਹਾਂ ਇੱਕ ਦੂਜੇ ਨੂੰ ਸਿੱਖ ਵਧਾਈਆਂ ਦਿੰਦੇ ਹਨ। ਬੋਲੇ ਹੈ ਹਰਖ ਭਰੀ ਸਭ ਕੋਏ। ਤੇ ਫਿਰ ਮਾਤਾ ਗੰਗਾ ਜੀ ਦੇ ਘਰ ਵਿੱਚ ਆ ਕਰ ਕੇ ਉੱਚੀ ਉੱਚੀ ਵਧਾਈਆਂ ਦੇ ਗੀਤ ਗਾਏ ਜਾ ਰਹੇ ਹੈ। ਚਾਰੇ ਪਾਸੇ ਖੁਸ਼ੀ ਭਰੀ ਹੋਈ ਹੈ। ਹਰ ਇੱਕ ਸਿੱਖ ਜਿਹੜਾ ਗੁਰੂ ਘਰ ਨੂੰ ਪ੍ਰੇਮ ਕਰਨ ਵਾਲਾ, ਧੰਨ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਤੇ ਬੜਾ ਖੁਸ਼ ਚਿੱਤ ਹੋ ਰਿਹਾ ਹੈ। ਮ੍ਰਿਗ ਦ੍ਰਿਗ ਸ੍ਰਿਗ ਗਰੀਵਾ ਬਾਰ ਤਾਰੀ। ਉਹ ਇਸ ਤਰ੍ਹਾਂ ਜਿਹੜਾ ਵੈ ਉਹ ਭਾਰੀ ਜਿਹੜਾ ਵੈ ਉਤਸ਼ਾਹ ਹੋ ਰਹੇ ਹੈ। ਤੋ ਮਾਈਆਂ ਆ ਰਹੀਆਂ ਹਨ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਮ੍ਰਿਗ ਨੇਤਰ ਹੈ, ਮ੍ਰਿਗ ਰੂਪ ਜਾਂ ਮ੍ਰਿਗੀ ਨੇਤਰ ਹਨ। ਤੋ ਗਲੇ ਦੇ ਵਿੱਚ ਜਿਹੜੇ ਸੁੰਦਰ ਹਾਰ ਪਹਿਨੇ, ਗਹਿਣੇ ਪਹਿਨੇ ਹਨ। ਵਿਧ ਬਦਨੀ ਕਾਰ ਕਰ ਸ਼ਿੰਗਾਰ। ਤੋ ਇਸ ਤਰ੍ਹਾਂ ਜਿਹੜੀਆਂ ਇਹ ਵਡਾਲੀ ਨਗਰ ਦੀਆਂ ਇਸਤਰੀਆਂ ਸ਼ਿੰਗਾਰ ਕਰ ਕਰਕੇ ਤੇ ਇਸ ਬਾਲ ਨੂੰ ਵੇਖਣ ਵਾਸਤੇ ਪਹੁੰਚ ਰਹੀਆਂ ਹਨ। ਕੋਕਿਲ ਕੰਠੀ ਗਾਵੈ ਹੈ ਗੀਤਨ। ਦਰਵਾਜ਼ੇ ਤੇ ਖੜ ਕੇ ਕੋਇਲ ਦੀ ਆਵਾਜ਼ ਜਿਨ੍ਹਾਂ ਦੀ ਉਹ ਉੱਚੀ ਉੱਚੀ ਖੁਸ਼ੀ ਦੇ ਗੀਤ ਗਾ ਰਹੀਆਂ ਹਨ। ਦੇਤ ਪਰਸ ਪਰ ਹਸ ਹਸ ਗਾਰ। ਤੇ ਹੱਸ ਹੱਸ ਕੇ ਇੱਕ ਦੂਜੇ ਨੂੰ ਸਿੱਠਣੀਆਂ ਦਿੱਤੀਆਂ ਜਾ ਰਹੀਆਂ ਇੱਕ ਦੂਜੇ ਨੂੰ। ਦੇਵ ਬਧੂਟੀ ਕਪਟ ਬੇਸ ਧਰ। ਤੇ ਕਵੀ ਜੀ ਕਹਿੰਦੇ ਕੱਲੇ ਵਡਾਲੀ ਨਗਰ ਦੀਆਂ ਮਾਈਆਂ ਇਸਤਰੀਆਂ ਨਹੀਂ ਇੱਥੇ ਆ ਕੇ ਖੁਸ਼ੀ ਕਰ ਰਹੀਆਂ, ਜਿਹੜੀਆਂ ਦੇਵੀਆਂ ਹਨ ਦੇਵਤਿਆਂ ਦੇ ਘਰੋਂ, ਉਹ ਵੀ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੁੰਦਰ ਦਰਸ਼ਨ ਕਰਨ ਵਾਸਤੇ ਧਰਤੀ ਤੇ ਉਤਰੀਆਂ ਤੇ ਆਪਣਾ ਭੇਸ ਬਦਲ ਬਦਲ ਕੇ। ਮਧੁਰ ਮਧੁਰ ਸੁਰ ਮੰਗਲ ਚਾਰ। ਉਹ ਵੀ ਵਡਾਲੀ ਨਗਰ ਵਿੱਚ ਮਹਾਰਾਜ ਦੇ ਘਰ ਪਹੁੰਚੀਆਂ। ਭੀੜ ਬਹੁਤ ਹੋਣ ਕਰਕੇ ਕੋਈ ਨਹੀਂ ਪਤਾ ਲੱਗਦਾ ਕੌਣ ਤੇ ਕਿਹੜੀ ਦੇਵੀ ਆਈ ਹੋਈ ਹੈ। ਦੇਵੀ ਦੇਵਤੇ ਵੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹੈ। ਤੋ ਜਿਨ੍ਹਾਂ ਨੇ ਇਸ ਤਰ੍ਹਾਂ ਸੁੰਦਰ ਪਹਿਰਾਵਾ ਕੀਤਾ ਹੋਇਆ ਹੈ, ਜਿਨ੍ਹਾਂ ਦਾ ਭੇਸ ਨਹੀਂ ਪਤਾ ਲੱਗਦਾ ਵੀ ਇਹ ਦੇਵੀਆਂ ਹਨ, ਸੁੰਦਰ ਲਿਬਾਸ ਪਹਿਨੇ ਹੋਏ ਹੈ, ਉਹ ਵੀ ਮਿੱਠੀ ਆਵਾਜ਼ ਵਿੱਚ ਗੀਤ ਗਾਉਂਦੀਆਂ ਹਨ। ਪਈ ਪੀਰ ਕੋ ਸਾਕਿਆ ਨਾ ਪਛਾਨ। ਕਿਉਂਕਿ ਭੀੜ ਬਹੁਤ ਹੋ ਰਹੀ ਹੈ ਸਤਿਗੁਰਾਂ ਦੇ ਘਰ ਵਿੱਚ, ਕੋਈ ਨਹੀਂ ਪਛਾਣ ਰਿਹਾ ਕਿਸੇ ਤਾਈਂ। ਸੁੰਦਰ ਮੰਦਿਰ ਜੁਤ ਬੇਸਤਾਰ। ਸੋਹਣਾ ਸੱਚੇ ਪਾਤਸ਼ਾਹ ਦਾ ਘਰ ਹੈ ਤੇ ਕਾਫੀ ਖੁੱਲ੍ਹਾ, ਹੁਣ ਵੀ ਜਾਓ ਤੇ ਕਾਫੀ ਜਗ੍ਹਾ ਖਾਲਸਾ ਜੀ ਉੱਥੇ। ਤੋ ਖੁੱਲ੍ਹਮ ਖੁੱਲ੍ਹਾ ਸੱਚੇ ਪਾਤਸ਼ਾਹ ਦਾ ਵਡਾਲੀ ਸਾਹਿਬ ਵਿੱਚ ਘਰ ਹੈ ਤੇ ਭੀੜ ਲੱਗੀ ਹੋਈ, ਸਾਰਾ ਘਰ ਭਰਿਆ ਹੋਇਆ ਮਾਈਆਂ ਨਾਲ, ਭਾਈਆਂ ਨਾਲ, ਜਿਹੜੇ ਬਾਲ ਨੂੰ ਵੇਖਣ ਆਏ ਹੋਏ ਆ। ਦੇਵੀਆਂ ਵੀ ਉੱਤਰ ਉੱਤਰ ਮਹਾਰਾਜ ਦੇ ਦਰਸ਼ਨ ਕਰਨ ਆਈਆਂ ਹਰਗੋਬਿੰਦ ਸਾਹਿਬ ਮਹਾਰਾਜ ਬਾਲ ਦੇ। ਤੇ ਉਹ ਇਸ ਤਰ੍ਹਾਂ ਆਈਆਂ ਵੀ ਸਾਡਾ ਪਤਾ ਨਾ ਚੱਲੇ ਵੀ ਅਸੀਂ ਕੌਣ ਹਾਂ। ਭੇਸ ਬਦਲ ਬਦਲ ਕੇ ਹਜ਼ੂਰ ਦੇ ਦਰਸ਼ਨ ਕਰ ਰਹੀਆਂ ਹਨ। ਗਗਨ ਗੋਪ ਹੋਏ ਸੋਰ ਬਰ ਆਏ। ਤੇ ਜਿਹੜੇ ਦੇਵਤੇ ਆ ਉਹ ਆਕਾਸ਼ ਵਿੱਚ ਖੜੇ ਹੋਏ ਹਨ, ਗੁਪਤ ਹੋ ਕਰਕੇ ਸਾਡਾ ਤੇ ਨਿਗਾਹ ਨਾ ਪਵੇ ਕਿਸੇ ਦੀ। ਇਸ ਤਰ੍ਹਾਂ ਗੁਪਤ ਰੂਪ ਧਾਰ ਕੇ ਦੇਵਤੇ ਅਸਮਾਨ ਵਿੱਚ ਵਡਾਲੀ ਨਗਰ ਦੇ ਉੱਪਰ ਖੜੇ ਹੋਏ ਹਨ। ਗੁਰ ਮੰਦਰ ਕੋ ਚਰਚਾ ਹੈ ਚਾਰ। ਤੇ ਸੋਹਣੀਆਂ ਖੁਸ਼ਬੂ ਜਿਹੜੀ ਹੈ ਉਹ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਇੱਥੇ ਵਡਾਲੀ ਦੇ ਵਿੱਚ ਉੱਤਰ ਛਿੜਕ ਰਹੇ ਹਨ। ਮੰਜੋਲ ਫੂਲਣ ਅੰਜੋਲ ਭਰ ਭਰ। ਤੇ ਉਜਲ ਚਿੱਟੇ ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ। ਚੰਦਨ ਕੇਸਰ ਕਸ ਕਸ ਡਾਰ। ਕੀ ਚਿੱਟੇ ਫੁੱਲਾਂ ਦੀਆਂ ਬੁੱਕਾਂ ਭਰ ਭਰ ਹਜ਼ੂਰ ਦੇ ਘਰ ਉੱਪਰ ਦੇਵਤੇ ਸੁੱਟਦੇ ਆ ਅਸਮਾਨ ਵਿੱਚੋਂ।
ਚੰਦਨ ਪੀਂਦੇ ਆ, ਕੇਸਰ ਪੀਸ ਪੀਸ ਕਰਕੇ ਹਜ਼ੂਰ ਦੇ ਘਰ ਉੱਪਰ ਜਿੱਥੇ ਮਹਾਰਾਜ ਨੇ ਅਵਤਾਰ ਧਾਰਿਆ, ਹੁਣ ਭੋਰਾ ਸਾਹਿਬ ਵਾਲਾ ਜਿਹੜਾ ਸਥਾਨ ਹੈ ਉੱਥੇ ਉਹਦੇ ਉੱਪਰ ਸੋਹਣਾ ਚੰਦਨ ਛਿੜਕਿਆ ਜਾ ਰਿਹਾ ਹੈ। ਦੇਵਤੇ ਬੁੱਕਾਂ ਭਰ ਭਰ ਕੇ ਫੁੱਲਾਂ ਦੀਆਂ ਸਿੱਟ ਰਹੇ ਹਨ। ਅਨੇਕ ਸੁਗੰਧੇ ਨ ਸੀਂਚੈ ਰੁਚਕਾਰ। ਤੋ ਇਸ ਤਰ੍ਹਾਂ ਫੁੱਲਾਂ ਦਾ ਛਿੜਕਾਅ ਹੋ ਰਿਹਾ ਹੈ, ਚੰਦਨ ਅਰਚਿਆ ਜਾ ਰਿਹਾ ਹੈ, ਚਰਚਿਆ ਜਾ ਰਿਹਾ ਹੈ। ਤੋ ਬਹੁਤ ਉਤਸ਼ਾਹ ਹੈ ਦੇਵੀ ਦੇਵਤਿਆਂ ਤੀਕਰ ਵੀ। ਇਹੋ ਜਿਹਾ ਸੁੰਦਰ ਜਿਹੜਾ ਵਾ ਉਹ ਬਣਿਆ ਹੋਇਆ ਮਾਹੌਲ ਜੋ ਹੈ, ਚੰਦਨ ਘਸਾ ਘਸਾ ਉੱਪਰ ਪਾਇਆ ਜਾ ਰਿਹਾ ਤੇ ਅਨੇਕ ਤਰ੍ਹਾਂ ਦੀ ਸੁਗੰਧ ਜਿਹੜੀ ਹੈ ਛਿੜਕੀ ਜਾ ਰਹੀ ਹੈ। ਰਚ ਰਚ ਰੁਚਿਰ ਕੁਸਮ ਬਿਸਤਾਰ। ਤੋ ਬੜੇ ਸੋਹਣੇ ਸੋਹਣੇ ਫੁੱਲ ਜਿਹੜੇ ਹਨ ਉਹ ਮਾਲਾ ਵਿੱਚ ਪਰੋ ਪਰੋ ਕੇ ਤੇ ਭਰ ਭਰ ਮਾਲਾਂ ਦੀਆਂ ਮਾਲਾਂ ਹੀ ਉੱਪਰ ਸੁੱਟੀਆਂ ਜਾ ਰਹੀਆਂ ਹਨ। ਧੂਪ ਤੁਖਾਵਤ ਬੰਧਨ ਤਾਰਤ। ਨਾਲੇ ਧੂਪਾਂ ਦਿਖਾਉਂਦੇ ਆ ਦੇਵੀ ਦੇਵਤੇ ਚੰਦਨ ਦੀਆਂ, ਹੋਰ ਨਾਨਾ ਤਰ੍ਹਾਂ ਕਪੂਰ ਦਿਖਾਇਆ ਜਾ ਰਿਹਾ ਤੇ ਨਾਲੇ ਮੱਥੇ ਟੇਕ ਰਹੇ ਅਸਮਾਨ ਵਿੱਚੋਂ। ਕਰਤ ਸਤਤ ਕੋ ਭਜਨ ਉਚਾਰ। ਤੇ ਉਸਤਤ ਕਰਦੇ ਆ ਹਰਗੋਬਿੰਦ ਸਾਹਿਬ ਮਹਾਰਾਜ ਦੀ, ਆਪਸ ਵਿੱਚ ਇਸ ਤਰ੍ਹਾਂ ਬਚਨ ਗਾਉਂਦੇ ਆ, ਸੋਭਾ ਗਾ ਰਹੇ ਹਨ। ਭਾਨ ਗਿਆਨ ਕੇ ਸ਼ਾਂਤ ਰੂਪ ਬਾਰ। ਦੇਵੀ ਦੇਵਤੇ ਗਾਉਂਦੇ ਆ, ਇੱਕ ਦੂਜੇ ਨੂੰ ਸੋਭਾ ਕਰ ਕਰ ਸੁਣਾਉਂਦੇ ਕਿ ਭਾਈ ਮਾਤਾ ਗੰਗਾ ਜੀ ਦੇ ਘਰ ਵਿੱਚ ਗਿਆਨ ਦਾ ਸੂਰਜ ਪੈਦਾ ਹੋਇਆ, ਗਿਆਨ ਦੇ ਸੂਰਜ ਮਾਰਤੰਡ ਚੜ੍ਹੇ ਆ ਗਿਆਨ ਦੇ, ਤੇ ਸ਼ਾਂਤ ਰੂਪ ਹਨ। ਸ੍ਰੇਸ਼ਟ ਸ਼ਾਂਤੀ ਦਾ ਇਹ ਬਾਲਕ ਸਰੂਪ ਹੈ। ਸਤ ਸੰਤੋਖ ਸ਼ਿਮਾ ਗੁਣ ਬ੍ਰਿੰਦ। ਤੇ ਸਾਰੇ ਗੁਣਾਂ ਦੇ ਸਹਿਤ ਹੈ, ਸਤ ਜਿਨ੍ਹਾਂ ਦੇ ਵਿੱਚ ਹੋਵੇਗਾ, ਸੰਤੋਖੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸਤ ਸੰਤੋਖ ਦਇਆ ਧਰਮ ਖਿਮਾ ਅਹਿੰਸਾ ਤੇ ਆਦਿਕ ਸਮੂਹ ਗੁਣਾਂ ਦੇ ਸਹਿਤ ਹਨ। ਸ਼੍ਰੀ ਆਰ ਜਨ ਸਿਰ ਜਨ ਸੁਖ। ਇਧਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਸੰਸਾਰ ਨੂੰ ਰਚਣ ਵਾਲੇ ਹੈ, ਸਭ ਸੁੱਖਾਂ ਦੇ ਰਚਣਹਾਰੇ ਹਨ। ਮਹਿਮਾ ਮਹਾਚਰਨ ਅਰਬਿੰਦ। ਤੇ ਦਾਸਾਂ ਜਿਹੜੇ ਦਾਸਾਂ ਦੇ ਸੁੱਖਾਂ ਨੂੰ ਜਿਹੜਾ ਵਾ ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਣਾਉਣ ਵਾਲੇ, ਪੈਦਾ ਕਰਨ ਵਾਲੇ, ਸਿੱਖਾਂ ਨੂੰ ਸੁੱਖ ਦੇਣ ਵਾਲੇ ਹੈ। ਮਹਾਨ ਮਹਿਮਾ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੀ। ਕੇਵਲ ਨਰਨ ਕਲਿਆਣ ਕਰਨੇ। ਤੋ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ, ਪਰ ਜੀਵਾਂ ਦੇ ਕਲਿਆਣ ਕਰਨ ਦੇ ਵਾਸਤੇ ਹੀ। ਕਾਇਆ ਤਰੀ ਸੋ ਛੰਦ ਮੁਕੰਦ। ਉਹ ਮੁਕਤੀ ਦੇ ਦਾਤੇ ਸੁਤੰਤਰ ਅਕਾਲ ਪੁਰਖ ਪਰਮੇਸ਼ਰ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਸਰੂਪ ਧਾਰਿਆ, ਮਨੁੱਖਾਂ ਦੇ ਹੀ ਧਾਰੀ ਹੈ। ਉਹ ਮੂਜਮ ਇਹ ਹੈ, ਮਕਸਦ ਹਜ਼ੂਰ ਦਾ ਇਹੀ ਹੈ ਪਰਮੇਸ਼ਰ ਦਾ, ਵੀ ਜੀਵਾਂ ਦੀ ਕਲਿਆਣ ਕੀਤੀ ਜਾਵੇ। ਜਨਮਿਓ ਪੁੱਤਰ ਆਪ ਕੇ ਜੋ ਧਾਰਨ ਪ੍ਰਿਯ। ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਯੋਧਾ ਪੈਦਾ ਹੋਇਆ, ਯੋਧਾ ਜਿਹੜਾ ਰਣ ਨੂੰ, ਜੰਗ ਨੂੰ ਪਿਆਰ ਕਰਨ ਵਾਲਾ ਹੋਵੇਗਾ। ਪ੍ਰਿਯ ਨਾਮ ਸੋ ਹਰ ਗੋਬਿੰਦ। ਤੋ ਜਿਹਦਾ ਨਾਮ ਹਰਗੋਬਿੰਦ ਸਾਹਿਬ ਹੈ। ਦਾਹਕ ਦੁਸ਼ਟਨ ਗ੍ਰਾਹਕ ਗੁਣ ਕੋ। ਦੁਸ਼ਟਾਂ ਦੇ ਨਾਸ਼ ਕਰਨ ਵਾਲੇ ਹੈ, ਗੁਣਾਂ ਦੇ ਗ੍ਰਹਿਣ ਕਰਨ ਵਾਲੇ ਹਨ। ਚਾਹਕ ਧਰਮ ਸੋ ਬਾਹੋ ਜਵਾਨ। ਤੇ ਧਰਮ ਦੇ ਬੋਲਬਾਲੇ ਦੀ ਚਾਹਨਾ ਰੱਖਣ ਵਾਲੇ ਹੈ, ਧਰਮ ਦਾ ਬੋਲਬਾਲਾ ਕਰਨਗੇ ਤੇ ਸੋ ਬਾਹੋ ਜਵਾਨ, ਤੇ ਬਹੁਤ ਜਵਾਨ ਹੋਣਗੇ, ਬਹੁਤ ਭਾਰੀ ਖੁੱਲੇ ਸਰੀਰ ਦੇ ਹੋਣ ਵਾਲੇ ਐ। ਸ਼ਸਤਰ ਧਰਹਿ ਸੰਗਰਾਮ ਕਰਹਿ। ਇਹ ਦੇਵਤੇ ਕਹਿ ਰਹੇ ਐ, ਧਰਮ ਦਾ ਬੋਲਬਾਲਾ ਕਰਨ ਵਾਸਤੇ ਸ਼ਸਤਰ ਧਾਰੀ ਹੋਣਗੇ ਤੇ ਬਹੁਤ ਵੱਡੇ ਵੱਡੇ ਯੁੱਧ ਕਰਿਆ ਕਰਨਗੇ। ਹਣ ਹੈ ਤੁਰਕ ਕਾ ਦਲ ਬਲਵਾਨ। ਤੇ ਬੜੇ ਬਲ ਵਾਲੇ ਜਿਹੜੇ ਜਰਵਾਣੇ ਤੁਲਕ ਹੈ, ਜ਼ੁਲਮ ਕਰਨ ਵਾਲੇ, ਉਹਨਾਂ ਦੀਆਂ ਵੱਡੀਆਂ ਵੱਡੀਆਂ ਫੌਜਾਂ ਨੂੰ ਜੰਗ ਦੇ ਮੈਦਾਨ ਵਿੱਚ ਗਾਲ ਕੇ ਰੱਖਦੇ ਹੋਣਗੇ। ਦੀਨਨ ਦਾਸਨ ਸਹਿਤ ਉਪਾਸਨ। ਹਾਂ, ਜਿਨ੍ਹਾਂ ਨੇ ਇਸ ਤਰ੍ਹਾਂ ਦਾਸਾਂ ਦੇ ਸਹਿਤ ਜਿਹੜੀ ਵਾ ਉਪਾਸਨਾ ਭਗਤੀ ਜਿਹੜੀ ਹੈ, ਦਾਸਾਂ ਦੇ ਦੀਨਨ ਦਾਸਨ ਜਿਹੜੇ ਆਏ ਨਮਾਣੇ ਹੈ, ਦਾਸ ਹੈ ਜਿਹੜੇ ਉਪਾਸਨਾ ਭਗਤੀ ਦੇ ਸਹਿਤ ਹਨ, ਜਾਂ ਆਪਦੇ ਦੀਨਨ ਦਾਸਨ ਜਿਹੜੇ ਆਏ ਨਮਾਣੇ ਦਾਸ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੂੰ ਭਗਤੀ ਦੇ ਸਹਿਤ ਕਰਨ ਵਾਲੇ ਹਨ। ਤਿਨ ਕੋ ਰਛਕ ਹੋਏ ਮਹਾਨ। ਜਾਂ ਜਿਹੜੀ ਇਹਨਾਂ ਦੀ ਉਪਾਸਨਾ ਕਰਨ ਵਾਲੇ ਹੈ, ਉਹਨਾਂ ਦੇ ਰਛਕ ਹੋਣਗੇ, ਬੜੀ ਮਹਾਨ ਰੱਖਿਆ ਕਰਨਗੇ ਆਪਦੇ ਸਿੱਖਾਂ ਦੀ।
ਨਹੀਂ ਆਰੇ ਨ ਕੇ ਅਰਣ ਦੇਹੇਂਗੇ। ਤੇ ਵੱਡੇ ਵੱਡਾ ਕੋਈ ਵੈਰੀ ਯੋਧੇ ਇਹਨਾਂ ਦੇ ਅੱਗੇ ਅੜੇਗਾ ਨਹੀਂ, ਜੰਗ ਦੇ ਮੈਦਾਨ ਵਿੱਚ ਕਿਸੇ ਨੂੰ ਅੜਨ ਨਹੀਂ ਦੇਵਣਗੇ। ਅਰਣ ਕਰਹਿ ਰਨ ਅਰਨ ਸਮਾਨ। ਉਹ ਜਿਹੜਾ ਅਰਨ ਨਾਮ ਸਾਧ ਸੰਗ ਦੀ ਸੂਰਜ ਦਾ, ਚੜ੍ਹਦਾ ਸੂਰਜ ਜਿਵੇਂ ਲਾਲ ਹੁੰਦਾ ਹੈ, ਦੇਵਤੇ ਆਪਸ ਵਿੱਚ ਉਹ ਕਹਿ ਰਹੇ ਕਿ ਇਹੋ ਜਿਹੇ ਮਹਾਬਲੀ ਯੋਧੇ ਹੋਣਗੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਫਰਜ਼ੰਦ, ਵੱਡੇ ਹੋ ਕਰਕੇ ਜਿਵੇਂ ਚੜ੍ਹਦਾ ਸੂਰਜ ਲਾਲੀ ਬਖੇਰਦਾ ਹੈ ਨਾ, ਦੁਸ਼ਟਾਂ ਦੇ ਖੂਨ ਦੇ ਨਾਲ ਜੰਗ ਦਾ ਮੈਦਾਨ ਲਾਲ ਕਰ ਸੁੱਟਣਗੇ। ਨਮਸਕਾਰ ਕਰ ਸੁਰਗ ਸਿਧਾਰੇ। ਤੋ ਇਸ ਤਰ੍ਹਾਂ ਦੇਵੀ ਦੇਵਤੇ ਹਜ਼ੂਰ ਦੇ ਦਰਸ਼ਨ ਕਰ ਰਹੇ ਹੈ, ਦਰਸ਼ਨ ਕਰਦੇ ਸੋਭਾ ਗਾਉਂਦੇ, ਨਮਸਕਾਰਾਂ ਕਰ ਕਰਕੇ 33 ਕਰੋੜ ਦੇਵਤਾ 9 ਕਰੋੜ ਦੇਵੀ ਹਜ਼ੂਰ ਨੂੰ ਦਰਸ਼ਨ ਕਰਨ ਉਪਰੰਤ ਸਵਰਗਾ ਆਪਣੇ ਦੇਸਾਂ ਨੂੰ ਗਏ ਹੈ। ਗੁਰ ਕੇ ਚਰਿਤ ਉਚਾਰਤ ਜਾਤ। ਤੇ ਜਾਂਦੇ ਹੋਏ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੋਭਾ ਗਾਉਂਦੇ ਜਾਂਦੇ ਹੈ। ਕਲ ਜੋਗ ਬਿਖੈ ਪ੍ਰਕਾਸ਼ ਪੰਥ ਕੋ। ਆਖਿਆ ਕਹਿੰਦੇ ਆ ਕਿ ਕਲਯੁਗ ਦੇ ਭਿਆਨਕ ਸਮੇਂ ਵਿੱਚ ਧਰਮ ਦੇ ਰਸਤੇ ਨੂੰ ਪ੍ਰਕਾਸ਼ ਕਰਨ ਵਾਸਤੇ ਸਤਨਾਮ ਸਿਮਰਨ ਅਵਦਾਤ। ਤੇ ਸੱਚੇ ਨਾਮ ਤੇ ਸਿਮਰਨ ਨੂੰ ਅਵਦਾਤ ਕਹੀਏ, ਫੈਲਾਉਣ ਵਾਸਤੇ, ਇਹਦਾ ਪਸਾਰਾ ਕਰਨ ਵਾਸਤੇ। ਵੱਡੇ ਭਾਗ ਨਰ ਅੰਗੀਕਾਰ ਹੈ। ਵੱਡੇ ਭਾਗ ਹੋਣਗੇ ਉਹਨਾਂ ਨਰਾਂ ਦੇ ਜਿਹੜੇ ਇਹਨਾਂ ਦੇ ਇਹੋ ਜਿਹੇ ਸ਼ੁਭ ਗੁਣਾਂ ਨੂੰ ਅੰਗੀਕਾਰ ਕਰਨਗੇ। ਪਾਵੈ ਹੈ ਮੁਕਤ ਹਿਰਦੈ ਕਰ ਸ਼ਾਂਤ। ਤੇ ਹਿਰਦੇ ਸ਼ਾਂਤ ਕਰਨਗੇ ਇਹਨਾਂ ਦੇ ਦਰਸ਼ਨ ਕਰ ਕਰਕੇ। ਵੱਡੇ ਭਾਗਾਂ ਵਾਲੇ ਹੋਣਗੇ ਜਿਹੜੇ ਇਹਨਾਂ ਦੇ ਦਰਸ਼ਨ ਕਰਨਗੇ, ਹਰਗੋਬਿੰਦ ਸਾਹਿਬ ਦੇ ਜਵਾਨ ਹੋਇਆਂ ਦੇ, ਇਹਨਾਂ ਦੇ ਨਾਲ ਰਹਿਣਗੇ, ਇਹਨਾਂ ਦੇ ਸਾਥੀ ਹੋਣਗੇ, ਦਰਸ਼ਨ ਪ੍ਰਾਪਤ ਕਰ ਕਰਕੇ ਤੇ ਮੁਕਤੀ ਪ੍ਰਾਪਤ ਕਰਨਗੇ, ਹਿਰਦੇ ਵਿੱਚ ਸ਼ਾਂਤੀ ਹਾਸਲ ਹੋਵੇਗੀ। ਜੋਗ ਭੋਗ ਮਹਿ ਹਰਖੋ ਸੋਗ ਮਹਿ। ਹਾਂ, ਜੋਗ ਜੁੜਿਆਂ ਦੇ ਵਿੱਚ, ਭੋਗ ਭੋਗਿਆਂ ਭੋਗਣ ਵਾਲਿਆਂ ਭੋਗੀਆਂ ਦੇ ਵਿੱਚ, ਚਾਹੇ ਖੁਸ਼ੀ ਹੈ ਹਰਖ, ਚਾਹੇ ਗਮੀ ਹੋਵੇਗੀ। ਸਿਮਰਹਿ ਸਦਾ ਹੁਕਮ ਪ੍ਰਭ ਦਾਤ। ਤੇ ਸਦਾ ਪਰਮੇਸ਼ਰ ਦੇ ਹੁਕਮ ਨੂੰ ਸਿਮਰਨ ਵਾਲੇ ਹੋਣਗੇ, ਪ੍ਰਭੂ ਦੀ ਦਾਤ ਦਾ ਸ਼ੁਕਰਾਨਾ ਕਰਨ ਵਾਲੇ। ਜਾਚੇ ਕੋ ਜਾਚਤ ਜੋ ਚਿਤ ਬਾਛਤ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇਵੀ ਦੇਵਤੇ ਜਿਹੜੇ ਹੈ ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ, ਗੁਰੂ ਅਰਜਨ ਦੇਵ ਮਹਾਰਾਜ ਦੀ ਸੋਭਾ ਗਾਉਂਦੇ ਹੋਏ ਆਪਣੇ ਦੇਸਾਂ ਨੂੰ, ਆਪਣੀਆਂ ਪੁਰੀਆਂ ਨੂੰ ਪਹੁੰਚੇ। ਇਧਰ ਪ੍ਰਿਥਵੀ ਦੀ ਜੋ ਬਾਤ ਹੈ, ਵਡਾਲੀ ਨਗਰ ਵਿੱਚ ਬਹੁਤ ਜਿਹੜੇ ਮੰਗਣ ਵਾਲੇ ਆ, ਕੁਝ ਦਾਤਾਂ ਦੀ ਇੱਛਾ ਰੱਖ ਰੱਖ ਕੇ ਸੁਣਦੇ ਆ ਨਾ, ਜਦੋਂ ਵੀ ਮਾਤਾ ਗੰਗਾ ਜੀ ਦੇ ਘਰੇ ਬੜੇ ਅਰਸੇ ਬਾਅਦ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ ਹੈ, ਸੁਣ ਸੁਣ ਕੇ ਦੂਰੋਂ ਨੇੜਿਓਂ ਜਿਹੜੇ ਜਾਚਕ ਹੈ ਜਾਣਦੇ ਆ ਵੀ ਗੁਰੂ ਨਾਨਕ ਪਾਤਸ਼ਾਹ ਦਾ ਦਰ ਬਹੁਤ ਵੱਡਾ ਹੈ, ਕੋਈ ਖਾਲੀ ਨਹੀਂ ਜਾਵੇਗਾ। ਤੇ ਮੰਗਣ ਵਾਸਤੇ ਡਾਰਾਂ ਬੰਨ ਬੰਨ ਕੇ ਜਿਹੜੇ ਹਜ਼ੂਮ ਆ ਰਹੇ ਹਨ। ਗੁਰ ਅਰਜਨ ਮਨ ਮਹਿਦ ਉਦਾਰ। ਤੇ ਇਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮਨ ਦੇ ਬਹੁਤ ਖੁੱਲੇ ਐ, ਸਖੀ ਚਿੱਤ ਉਦਾਰ ਹਨ। ਢਾਢੀ ਡੋਮ ਪਾਟ ਬਹਵਾਏ। ਤੇ ਜੋ ਵੀ ਮੰਗਦੇ ਆ ਨਾ ਸੱਚੇ ਪਾਤਸ਼ਾਹ ਜੀ ਖੁੱਲੀਆਂ ਦਾਤਾਂ ਜਿਹੜੇ ਵੈ ਖੁੱਲਾ ਦਾਨ ਵਰਤਾ ਰਹੇ ਹੁਜ਼ੂਰ ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਜਿੰਨੇ ਢਾਡੀ ਹੈ, ਕੋਈ ਜਿਹੜਿਆ ਡੋਮ ਹੈ ਮਰਾਸੀ, ਇਹ ਵਧਾਈਆਂ ਦੇਣ ਵਾਲੇ, ਹੋਰ ਜਿੰਨੇ ਕੋ ਸਵਈਏ ਗਾਉਣ ਵਾਲੇ ਭੱਟ ਹਨ ਉਹ ਵੀ ਪਹੁੰਚ ਰਹੇ ਆ। ਗਾਏ ਕਲਾਵਤ ਮੰਗਲ ਚਾਰ। ਤੇ ਹੋਰ ਜਿਹੜੇ ਕਲੌਤ ਹੈ ਉਹ ਵੀ ਆ ਕੇ ਸੋਹਣੇ ਮੰਗਲਾਚਰਨ ਗਾ ਰਹੇ ਹਨ, ਸੋਭਾ ਗਾ ਰਹੇ ਮਹਾਰਾਜ ਦੇ ਘਰ ਵਿੱਚ। ਦਰਬ ਦੀਨ ਲੈ ਆਸ਼ਿਖ ਉਚਰਤ। ਤੇ ਸੱਚੇ ਪਾਤਸ਼ਾਹ ਜੀ ਖੁੱਲੀ ਮਾਇਆ ਦਿੰਦੇ ਆ, ਲੈ ਲੈ ਕੇ ਤੇ ਇਹ ਅੱਗੋਂ ਅਸੀਸਾਂ ਦਿੰਦੇ ਜਾਂਦੇ ਆ। ਜੀਵਾ ਜੋਗ ਜੋਗ ਪੁੱਤਰ ਤੁਮਾਰੇ। ਕਿਹੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਸਾਡੇ ਮਨ ਦੀ ਭੁੱਖ ਕੱਢੀ, ਗੁਰੂ ਗਰੀਬ ਨਵਾਜ ਸਤਿਗੁਰੂ ਖੁੱਲੀਆਂ ਦਾਤਾਂ ਬਖਸ਼ੀਆਂ, ਤੇ ਤੁਹਾਡੇ ਪੁੱਤਰ ਹਰਗੋਬਿੰਦ ਸਾਹਿਬ ਜੁਗ ਜੁਗ ਜਿਉਂਦੇ ਰਹਿਣ, ਲੰਮੀ ਉਮਰਾਂ ਵਾਲੇ ਹੋਵਣ। ਬਸਤਰ ਅੰਨ ਭੂਖਣ ਤੇ ਆਦਿਕ। ਤੋ ਬਸਤਰ ਮਹਾਰਾਜ ਦੇ ਰਹੇ ਆ, ਅੰਨ ਵਰਤਾ ਰਹੇ ਆ, ਹੋਰ ਕੋਈ ਗਹਿਣਾ ਆਦਿਕ ਜੋ ਹੱਥ ਆਉਂਦਾ ਜਥਾ ਯੋਗ ਹੁੰਦਾ ਅਧਿਕਾਰੀ ਉਹਨੂੰ ਵਰਤਾ ਰਹੇ ਆ। ਬਖਸ਼ੈ ਹੈ ਗੁਰੂ ਨਾ ਲਾਵੈ ਬਾਰ। ਮਹਾਰਾਜ ਦੇਰੀ ਨਹੀਂ ਲਾਉਂਦੇ, ਜਿਹੋ ਜਿਹਾ ਕੋ ਅਧਿਕਾਰੀ ਹੁੰਦਾ ਨਾ ਸੱਚੇ ਪਾਤਸ਼ਾਹ ਉਹੋ ਜੀ ਦਾਨ ਦੇਈ ਜਾਂਦੇ ਆ।
ਤੁਰਹੀ ਢੋਲ ਨਗਾਰੇ ਬਾਜਹਿ। ਕਿਤੇ ਕਿਧਰੇ ਸਾਧ ਸੰਗਤ ਜੀ ਨਫੀਰੀਆਂ ਵੱਜਦੀਆਂ, ਢੋਲ ਵੱਜ ਰਹੇ ਆ, ਨਗਾਰੇ ਜਿਹੜੇ ਗੱਜ ਰਹੇ ਹਨ। ਮ੍ਰਿਦੁਲ ਮ੍ਰਿਦੰਗ ਰਬਾਬ ਸੁਤਾਰ। ਤੇ ਮਰਦੰਗ ਦਾ ਕੋਮਲ ਰਾਗ ਵੱਜ ਰਿਹਾ ਹੈ, ਸਤਾਰਾਂ ਵੱਜਦੀਆਂ, ਰਬਾਬ ਜੜੀ ਵੱਜ ਰਹੀ ਹੈ। ਗਾਵੈ ਹੈ ਸ਼ਬਦ ਰਬਾਬੀ ਰਾਗਨ। ਤੇ ਜਿਹੜੇ ਰਾਗਾਂ ਦੇ ਵਿੱਚ ਕੀਰਤਨ ਕਰ ਰਹੇ, ਮੁੜ ਕੇ ਸਿੱਖ ਜਿਹੜੇ ਵੈ ਹਜ਼ੂਰ ਦੇ ਘਰ ਆ ਕੇ ਰਾਗਾਂ ਦੇ ਵਿੱਚ ਕੀਰਤਨ ਗਾਉਂਦੇ ਹਨ। ਸਤ ਨਾਮ ਕੋ ਜਸ ਵਿਸਤਾਰ। ਸੱਚੇ ਨਾਮ ਵਾਹਿਗੁਰੂ ਵਾਹਿਗੁਰੂ ਦਾ ਜਸ ਵਿਸਤਾਰਿਆ ਜਾ ਰਿਹਾ ਹੈ। ਭਇਓ ਕੋਲਾਹਲ ਕੌਤਕ ਦੇਖੈ ਹੈ। ਤੋ ਕੀਰਤਨ ਤੋਂ ਪਿੱਛੋਂ ਵੀ ਸੰਗਤਾਂ ਆ ਰਹੀਆਂ, ਬਹੁਤ ਭਾਰੀ ਇਕੱਠ ਹੋ ਰਿਹਾ ਵੇਖਣ ਵਾਸਤੇ, ਤੇ ਚਾਰੇ ਪਾਸੇ ਬੜਾ ਭਾਰੀ ਰੌਲਾ ਪੈ ਰਿਹਾ ਵਿਹੜੇ ਵਿੱਚ। ਪਾਵੈ ਹੈ ਨਟ ਬਾਜੀ ਹਿਤ ਧਾਰ। ਤੇ ਜਿਹੜੇ ਉਹ ਨਟ ਹੁੰਦੇ ਬਾਜੀ ਪਾਉਣ ਵਾਲੇ, ਉਹ ਵੀ ਪਹੁੰਚੇ ਆ ਹਜ਼ੂਰ ਦੇ ਘਰੋਂ ਕੁਝ ਲੈਣ ਵਾਸਤੇ, ਤੇ ਇੱਛਾ ਰੱਖ ਕੇ ਪਹੁੰਚੇ। ਇੱਕ ਪਾਸੇ ਬਾਜੀਆਂ ਪਾ ਰਹੇ ਆ, ਅਪਰ ਸਿੱਖ ਸੇਵਕ ਦੇ ਤਨ ਕੋ। ਤੇ ਹੋਰ ਸਿੱਖ ਸੇਵਕ ਜਿਹੜੇ ਉਹ ਵੀ ਉਹ ਧਨ ਦੇ ਰਹੇ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਦੀ ਖੁਸ਼ੀ ਵਿੱਚ ਸਿੱਖ ਵੀ ਖੁੱਲਾ ਦਾਨ ਦੇ ਰਹੇ ਆ, ਵੀ ਸਾਡੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਸਾਹਿਬਜ਼ਾਦੇ ਅਵਤਾਰ ਧਾਰੇ ਆ। ਤੋ ਮੇਲਾ ਇਸ ਤਰ੍ਹਾਂ ਖਾਲਸਾ ਜੀ ਵਡਾਲੀ ਵਿੱਚ ਲੱਗਿਆ ਜਿਵੇਂ ਕੋਈ ਬਹੁਤ ਭਾਰੀ ਜੋੜ ਮੇਲਾ ਹੁੰਦਾ। ਕਿਧਰੇ ਤਿਲ ਸਿੱਟਣ ਨੂੰ ਜਗ੍ਹਾ ਨਹੀਂ, ਦੂਰੋਂ ਨੇੜਿਓਂ ਸੰਗਤਾਂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਆ ਰਹੀਆਂ ਹਨ। ਲੈ ਮੰਗਤ ਜੈਕਾਰ ਉਚਾਰ। ਤੇ ਮਹਾਰਾਜ ਤੋਂ ਮੰਗਦੇ ਸੱਚੇ ਪਾਤਸ਼ਾਹ ਜੀ ਖੁੱਲਾ ਦਾਨ ਦਿੰਦੇ ਐ, ਹਜ਼ੂਰ ਦੇ ਘਰ ਦੀ ਜੈ ਜੈਕਾਰ ਗਾਉਂਦੇ ਜਾਂਦੇ ਐ। ਕਹਿ ਲੱਗ ਕਹੋ ਮਹਿਦ ਉਤਸਾਹੂ। ਤੋ ਕਵੀ ਜੀ ਕਹਿੰਦੇ ਹੁਣ ਸਾਡੀ ਬੁੱਧ ਨਹੀਂ ਇੰਨੀ ਵੀ ਕਿੰਨਾ ਕੁ ਦਸੀਏ, ਵੀ ਕਿੰਨਾ ਉਤਸ਼ਾਹ ਹੋ ਰਿਹਾ ਵਡਾਲੀ ਨਗਰ ਵਿੱਚ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਤੇ ਕਿੰਨਾ ਕੁ ਆਨੰਦ ਹੋ ਰਿਹਾ ਸਿੱਖਾਂ ਨੂੰ ਦੱਸਿਆ ਨਹੀਂ ਜਾ ਸਕਦਾ ਹੈ। ਸਭੇ ਨਰਿ ਦੇ ਆਨੰਦ ਬਿਲੰਦ। ਵੀ ਛੋਟੇ ਵੱਡੇ ਬਾਲ ਬਿਰਧ ਸਾਰਿਆਂ ਦੇ ਮਨ ਵਿੱਚ ਸਤਿਗੁਰਾਂ ਦੇ ਅਵਤਾਰ ਕਰਕੇ ਖੁਸ਼ੀ ਹੋ ਰਹੀ ਬਹੁਤੀ। ਚਿਰ ਜੀਵ ਆਸ਼ਿਖ ਮੁਖ ਪਾਖਤ। ਤੇ ਸਾਰੇ ਮੁਖੋਂ ਇਹੀ ਜਿਹੜਾ ਬਚਨ ਕਰਦੇ ਵੀ ਚਿਰ ਜੀਵੀ ਹੋਵੋ, ਲੰਮੀ ਉਮਰਾ ਹੋਵੇ ਬਾਲ ਦੀ। ਚਿਰੰਕਾਲ ਕੇ ਚਾਹਤ ਨੰਦ। ਕਿਉਂਕਿ ਹੇ ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਜਾਂ ਸਿੱਖ ਗੱਲਾਂ ਕਰਦੇ ਆ, ਸੱਚੇ ਪਾਤਸ਼ਾਹ ਜੀ ਤਥਾ ਮਾਤਾ ਗੰਗਾ ਜੀ ਬਹੁਤ ਸਮੇਂ ਦੀ ਪੁੱਤਰ ਦੀ ਇੱਛਾ ਰੱਖ ਰਹੇ ਸਨ। ਪੂਰਨ ਆਸ ਕੀਨ ਗੁਰ ਨਾਨਕ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅੱਜ ਮਾਤਾ ਗੰਗਾ ਜੀ ਦੀ ਇੱਛਾ ਪੂਰਨ ਕਰ ਦਿੱਤੀ ਹੈ। ਬਿਖਾਦ੍ਰ ਗਣ ਤੇ ਨਿਤ ਸੁਖ ਕੰਦ। ਤੇ ਹੁਣ ਹੇ ਗੁਰੂ ਅਰਜਨ ਦੇਵ ਮਹਾਰਾਜ ਆਪ ਸੁੱਖਾਂ ਦੇ ਮੁੱਢ ਹਰਗੋਬਿੰਦ ਸਾਹਿਬ ਨੂੰ ਦਿਨ ਰਾਤ ਵੇਖਣਾ ਮਿਲੇ ਤੁਹਾਨੂੰ, ਤੁਸੀਂ ਇਹਦੇ ਰੱਜ ਰੱਜ ਕੇ ਦਰਸ਼ਨ ਪਾਓ, ਵੇਖਿਆ ਕਰੋ, ਜਾਂ ਤੁਹਾਨੂੰ ਵੇਖਣਾ ਮਿਲੇ ਪੁੱਤਰਾਂ ਦਾ ਸੁੱਖ, ਇਹ ਅਸੀਸਾਂ ਦਿੰਦੇ ਆ। ਇਮ ਕਹਿ ਜਾਚਕ ਕਰ। ਤੋ ਜਿਹੜੇ ਜਾਚਕ ਹਨ ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਦੇ ਬਾਲ ਦੇ ਦਰਸ਼ਨ ਕਰਦੇ ਆ, ਮੂੰਹ ਮੰਗੀਆਂ ਵਧਾਈਆਂ ਲੈ ਲੈ ਕੇ ਜਾਂਦੇ ਆ, ਤੇ ਇਸ ਤਰ੍ਹਾਂ ਕਹਿ ਕੇ ਜਾਂਦੇ ਮਹਾਰਾਜ ਤੁਹਾਨੂੰ ਪੁੱਤਰ ਦਾ ਸੁੱਖ ਵੇਖਣਾ ਮਿਲੇ, ਇਹਨਾਂ ਦੀ ਲੰਮੀ ਉਮਰਾ ਹੋਵੇ। ਸ਼੍ਰੀ ਅਰਜਨ ਕੋ ਸੋ ਜਾਸੋ ਪਨੰਦ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਵਡਿਆਈ ਨਾਲੇ ਕਹਿੰਦੇ ਹਨ। ਰਾਮ ਵਡਾਲੀ ਕਰ ਕਰ ਮੰਗਲ। ਘਰ ਘਰ ਮੰਗਲ ਖੁਸ਼ੀਆਂ ਹੋ ਰਹੇ ਆ ਵਡਾਲੀ ਸਾਹਿਬ ਵਿੱਚ। ਕਰਤ ਹਰਖ ਪਰ ਗਨ ਨਰ ਨਾਰ। ਸਾਰੇ ਨਰ ਨਾਰੀਆਂ ਖੁਸ਼ੀ ਨਾਲ ਭਰੇ ਹੋਏ ਆ। ਜਾਮ ਦਿਵਸ ਜਬ ਚੜਿਓ ਆਨੰਦਤ। ਤੋ ਕਵੀ ਜੀ ਕਹਿੰਦੇ ਇੱਕ ਪਹਿਰ ਦਿਨ ਜਦੋਂ ਚੜ ਗਿਆ ਖੁਸ਼ੀਆਂ ਮਨਾਉਂਦੇ ਆ, ਭਾਵ ਜਿਵੇਂ 9 ਵੱਜ ਜਾਂਦੇ ਆ, ਇੰਨਾ ਸਮਾਂ ਅੰਮ੍ਰਿਤ ਵੇਲੇ ਹੋਇਆ ਹੈ। ਬੁੱਢਾ ਸਾਹਿਬ ਸੰਤ ਉਦਾਰ। ਇਧਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਉਦਾਰ ਚਿੱਤ ਹਨ ਤੇ ਪੂਰਨ ਸੰਤ ਹਨ। ਲੈ ਗੁਰਦਾਸ ਸੰਗ ਤਬ ਆਇਆ। ਤੇ ਮਨ ਵਿੱਚ ਇੱਛਾ ਹੋਈ ਵੀ ਜ਼ਰੂਰ ਦਰਸ਼ਨ ਕਰੀਏ ਮਹਾਰਾਜ ਦੇ ਸਾਹਿਬਜ਼ਾਦੇ ਦੇ। ਖਬਰ ਸੁਣੀ ਜਦੋਂ ਭਾਈ ਗੁਰਦਾਸ ਜੀ ਨੂੰ ਲੈ ਕਰਕੇ ਤੇ ਵਡਾਲੀ ਸਾਹਿਬ ਆ ਪਹੁੰਚੇ ਆ। ਦਰਸ਼ਨ ਕਾਰਨ ਗੁਰ ਦਰਬਾਰ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਆਏ ਆ।
ਹਜ਼ੂਰ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਵਾਸਤੇ। ਉਤਸਵ ਅਧਿਕ ਕੋਲਾਹਲ ਹੋਵਤ। ਜਦੋਂ ਆ ਕੇ ਵੇਖਿਆ ਬਹੁਤ ਰੌਲਾ ਪੈ ਰਿਹਾ ਹੈ, ਚਾਰੇ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਲਗ ਦੁੰਦਭ ਕੀ ਧੁਨ ਸੁਨ ਚਾਰ। ਛੋਟੇ ਛੋਟੇ ਨਗਾਰੇ ਵੱਜਦੇ ਐ, ਨਫੀਰੀਆਂ ਵੱਜਦੀਆਂ, ਸੋਹਣੀ ਧੁਨ ਬਣ ਰਹੀ ਹੈ। ਪੁੱਤਰ ਜਨਮ ਗੁਰ ਘਰ ਮਹਿ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਸਾਹਿਬਜ਼ਾਦੇ ਅਵਤਰੇ ਹਨ। ਸੁਣਤ ਆਨੰਦਤ ਦਰਸ਼ਨ ਕੀਨ। ਤੇ ਸੁਣ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਰਸ਼ਨ ਦੀ ਇੱਛਾ ਰੱਖ ਕੇ ਆਨੰਦਿਤ ਹੋ ਰਹੇ ਆ। ਹਾਥ ਬੰਦ ਪਾਦ ਬੰਦਨ ਕਰ ਕੈ। ਹੱਥ ਜੋੜ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕੀਤੇ ਐ, ਚਰਨੀ ਮੱਥਾ ਟੇਕਿਆ ਹੈ। ਬਹੁਰ ਵਧਾਈ ਦਈ ਪਰ ਬੀਨ। ਤੇ ਸਿਆਣੇ ਬਾਬਾ ਬੁੱਢਾ ਸਾਹਿਬ ਜੀਆਂ ਔਰ ਭਾਈ ਗੁਰਦਾਸ ਜੀਆਂ ਦੋਵੇਂ ਹੱਥ ਜੋੜ ਕਰਕੇ ਆਖਿਆ, ਹੇ ਸੱਚੇ ਪਾਤਸ਼ਾਹ, ਮਹਾਰਾਜ ਵਧਾਈ ਹੋਵੇ, ਤੁਹਾਡੇ ਘਰ ਵਿੱਚ ਸਾਹਿਬਜ਼ਾਦੇ ਅਵਤਰੇ ਹਨ। ਚਿਰੰਜੀਵ ਥੀਵਾਹ ਕੁਲ ਭੂਖਣ। ਮਹਾਰਾਜ ਸੋਢੀਆਂ ਦੀ ਤੁਹਾਡੀ ਕੁਲ ਦੇ ਗਹਿਣਾ ਰੂਪ ਹੈ ਹਰਗੋਬਿੰਦ ਸਾਹਿਬ। ਤੇ ਹੇ ਸੱਚੇ ਪਾਤਸ਼ਾਹ ਜੀ, ਚਿਰਜੀਵੀ ਹੋਣ, ਲੰਮੀ ਇਹਨਾਂ ਦੀ ਉਮਰਾ ਹੋਵੇ। ਸੋ ਜਸ ਅਦੁਖਣ ਬਲ ਮਹਿ ਪੀਨ। ਜਿਹੜੇ ਵੈ ਸਹਿਤ ਜਸ ਦੇ ਹੋਣ ਤੇ ਦੋਸ਼ਾਂ ਤੋਂ ਅਰਹਿਤ ਹੋਣ ਤੁਹਾਡੇ ਬਾਲ, ਤੇ ਬਲ ਮਹਿ ਪੀਨ, ਬੜੇ ਬਲ ਵਾਲੇ ਹੋਵਣਗੇ। ਰਾਜ ਸਾਜ ਐਸ਼ਵਰਜ ਸਮਾਜੂ। ਜਿੰਨਾ ਰਾਜ ਹੈ, ਰਾਜ ਦਾ ਸਾਜ ਸਮਾਨ ਹੈ, ਰਾਜ ਸਾਜ ਹੈ, ਤੇ ਐਸਵਰਜ ਜਿੰਨੀ ਵਿਭੂਤੀ ਹੈ ਸਾਰੀ ਹੀ। ਜੋਗ ਭੋਗ ਦੋਏ ਨ ਸੁਖ ਲੀਨ। ਇਹ ਦੋਵੇਂ ਸੁਖ ਲਵੇਗਾ ਤੁਹਾਡਾ। ਇਹ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ, ਸੱਚੇ ਪਾਤਸ਼ਾਹ, ਤੁਹਾਡੇ ਸਾਹਿਬਜ਼ਾਦੇ ਜੋਗ ਦਾ ਸੁਖ ਵੀ ਲੈਣਗੇ ਤੇ ਭੋਗ ਦਾ ਸੁਖ ਵੀ। ਭਾਵ ਕਿ ਪੀਰਾਂ ਦੇ ਪੀਰ ਵੀ ਹੋਣਗੇ ਤੇ ਬਾਦਸ਼ਾਹ ਦੇ ਬਾਦਸ਼ਾਹ, ਪਾਤਸ਼ਾਹ ਦੇ ਪਾਤਸ਼ਾਹ, ਸੱਚੇ ਪਾਤਸ਼ਾਹ ਵੀ ਹੋਣਗੇ। ਇਹ ਦੋਵੇਂ ਜੋਗ ਤੇ ਭੋਗ ਦਾ ਸੁਖ ਮਾਣਨਗੇ। ਸ਼੍ਰੀ ਅਰਜਨ ਬ੍ਰਿਧ ਕੋ ਬਾਡ ਆਦਰ। ਤੋ ਇਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਇਆ ਵੇਖ ਕੇ ਬੜਾ ਸਤਿਕਾਰ ਕੀਤਾ ਹੈ। ਮ੍ਰਿਦਲ ਬਾਕ ਕਹਿ ਕੀਨ ਮਹਾਨ। ਤੇ ਬੜੇ ਕੋਮਲ ਬਚਨ ਕਹੇ, ਆਖਿਆ, ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਬੜੇ ਮਹਾਨ ਗੁਰਸਿੱਖ ਹੋ। ਸ਼੍ਰੀ ਨਾਨਕ ਕੇ ਸੇਵਕ ਤੁਮ। ਕਿਉਂਕਿ ਤੁਸੀਂ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਮੇਂ ਦੇ ਸਿੱਖ ਸਜੇ ਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਪ ਸਿੱਖ ਸੇਵਕ ਹੋ। ਹਰਖ ਸ਼ੋਕ ਮਹਿ ਬ੍ਰਿਤੀ ਸਮਾਨ। ਤੁਹਾਡੀ ਦੁੱਖ ਤੇ ਸੁਖ ਵਿੱਚ ਸਮਾਨ ਬਿਰਤੀ, ਪੂਰਨ ਬ੍ਰਹਮ ਗਿਆਨੀ ਹੋ। ਭਸਮ ਬਿਖੈ ਪਾਵਕ ਜਿਮ ਛਾਪ ਰਹਿ। ਤੇ ਤੁਸੀਂ ਛੁਪ ਕੇ ਰਹਿੰਦੇ ਹੋ ਸਾਰਾ ਕੁਝ ਹੀ ਤੁਹਾਡੇ ਪਾਸ ਹੈ। ਤੁਸੀਂ ਛੁਪ ਕੇ ਬਾਬਾ ਜੀ ਇਸ ਤਰ੍ਹਾਂ ਰਹਿੰਦੇ ਹੋ ਜਿਵੇਂ ਸੁਆਹ ਦੇ ਵਿੱਚ ਅੱਗ ਲੁਕੀ ਰਹਿੰਦੀ ਹੈ। ਉੱਤੋਂ ਲੱਗਦਾ ਨਾ ਵੀ ਸ਼ਾਇਦ ਸਾਰੀ ਸੁਆਹ ਹੈ, ਵਿੱਚ ਅੱਗ ਲੁਕੀ ਹੋਵੇ। ਜਿਵੇਂ ਸੁਆਹ ਵਿੱਚ ਅੱਗ ਲੁਕ ਕੇ ਰਹਿੰਦੀ ਹੈ ਨਾ, ਬਾਬਾ ਬੁੱਢਾ ਸਾਹਿਬ ਜੀ ਉੱਤੋਂ ਹੀ ਸੂਧੇ ਜੇ ਹੋ ਤੁਸੀਂ, ਪਰ ਤੁਸੀਂ ਪਰਮੇਸ਼ਰ ਸਰੂਪ ਹੋ ਚੁੱਕੇ ਹੋ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪੂਰਨ ਸਿੱਖ ਹੋ। ਤੁਹਾਡੇ ਵਿੱਚ ਵਰਤਦੇ ਆ ਗੁਰੂ ਨਾਨਕ ਪਾਤਸ਼ਾਹ ਜੀ। ਸਕਲ ਕਲਾ ਜੁਤ ਪੂਰਨ ਗਿਆਨ। ਗਿਆਨ ਵਿੱਚ ਪੂਰਨ ਹੋ ਤੇ ਸਾਰੀਆਂ ਸ਼ਕਤੀਆਂ ਦੇ ਸਹਿਤ ਜੋ ਮੁਖੋਂ ਬਚਨ ਕਰਦੇ ਹੋ ਪੂਰਾ ਹੋ ਜਾਂਦਾ ਹੈ। ਬਚਨ ਅਮਿਟ ਦੁਖ ਕੱਟ ਹੈ। ਤੇ ਤੁਹਾਡਾ ਬਚਨ ਅਮਿਟ ਹੈ, ਦੁੱਖ ਕੱਟਣ ਵਾਲਾ ਹੈ। ਇਹ ਸਾਡੇ ਮਹਿਲ ਗੰਗਾ ਜੀ ਦਾ ਦੁੱਖ ਵੀ ਤੁਸਾਂ ਨੇ ਕੱਟ ਦਿੱਤਾ ਹੈ ਪੁੱਤਰ ਦਾ ਵਰਦਾਨ ਦੇ ਕਰਕੇ। ਤੁਹਾਡੇ ਬਚਨ ਅਮੇਟ ਹੈ, ਮਿਟ ਨਹੀਂ ਸਕਦੇ, ਹਰ ਸਮੇਂ ਪੂਰੇ ਹੋਣ ਵਾਲੇ ਹੈ ਤੇ ਦੁਖੀਆਂ ਨੂੰ ਸੁਖੀ ਕਰਨ ਵਾਲੇ ਹਨ। ਧੰਨ ਧੰਨ ਤੁਮ ਵੱਡੇ ਸੁਜਾਨ। ਆਹੇ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਵੱਡੇ ਹੋ ਉਮਰਾ ਕਰਕੇ, ਸਿਆਣੇ ਹੋ, ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ। ਰਾਵਰ ਬਾਰ ਪ੍ਰਤਾਪ ਇਹੋ ਹੋਵਾ। ਬਾਕੀ ਹੈ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਬ੍ਰਹਮ ਗਿਆਨੀ ਹੋ ਤੇ ਤੁਹਾਡੇ ਵਰਦਾਨ ਦਾ ਇਹ ਪ੍ਰਤਾਪ ਹੋ ਰਿਹਾ। ਜਿਹੜਾ ਹਰਗੋਬਿੰਦ ਸਾਹਿਬ ਨੇ ਅਵਤਾਰ ਧਾਰਿਆ, ਸਾਹਿਬਜ਼ਾਦੇ ਨੇ, ਇਹ ਹੋਰ ਕੁਛ ਨਹੀਂ ਹੈ। ਤੁਹਾਡੇ ਬਰ ਨੇ ਅੱਜ ਫਲ ਦਿੱਤਾ ਹੈ, ਤੁਹਾਡੇ ਬਰ ਦਾ ਹੀ ਪ੍ਰਤਾਪ ਹੋ ਰਿਹਾ ਹੈ। ਦੀਨ ਸਦਾਸੀ ਕੋ ਸੁਖ ਦਾਨ। ਵੀ ਸਾਡੇ ਮਹਿਲ ਗੰਗਾ ਜੀ ਨੂੰ ਤੁਸਾਂ ਨੇ ਆਪਦੀ ਦਾਸੀ ਜਾਣ ਕੇ ਇਹ ਸੁਖ ਦੇਣਾ ਕੀਤਾ, ਪੁੱਤਰ ਹੋਣ ਦਾ ਵਰਦਾਨ ਦਿੱਤਾ ਸੀ। ਜਿਸ ਪਾਰ ਕਿਰਪਾ ਕਰਹਾ ਹਿਤ ਠਾਨਾ। ਇਹ ਬਜ਼ੁਰਗ ਧੰਨ ਬਾਬਾ ਬੁੱਢਾ ਸਾਹਿਬ ਜੀਓ,
ਆਪ ਜੀ ਜੇ ਇਸ ਦੇ ਉੱਪਰ ਕਿਰਪਾ ਦੀ ਮਿਹਰ ਭਰੀ ਦ੍ਰਿਸ਼ਟੀ ਕਰ ਦਿੰਦੇ ਹੋ। ਤਿਸ ਕੇ ਚਾਰ ਪਦਾਰਥ ਪਾਨ, ਧਰਮ ਅਰਥ ਕਾਮ ਮੋਖ ਇਹ ਚਾਰੇ ਪਦਾਰਥ ਉਹਦੇ ਹੱਥ ਵਿੱਚ ਆ ਜਾਂਦੇ ਆ। ਤੋ ਖਾਲਸਾ ਜੀ ਇਹ ਵਡਿਆਈ ਕਰ ਕੌਣ ਰਿਹਾ ਹੈ? ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਕਰ ਰਹੇ ਆ। ਬ੍ਰਹਮ ਗਿਆਨੀਆਂ ਦੀ ਵਡਿਆਈ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖਾਂ ਦੀ ਵਡਿਆਈ। ਤੋ ਸਤ ਸੰਗਤ ਜੀ, ਉਹ ਅੱਜ ਕੱਲ੍ਹ ਹੁਣ ਸਮਾਂ ਇਹੋ ਜਿਹਾ ਹੈ, ਜਿਹੜੇ ਕੋ ਨਿੰਦਕ ਲੋਕ ਹੈ ਜਾਂ ਜਿਹੜੇ ਤਾਰਕਿਕ ਲੋਕ ਹੈ, ਤਰਕ ਕਰਦੇ ਹੈ ਆਧਾਰ ਤੋਂ ਬਿਨਾਂ। ਉਹ ਕਹਿੰਦੇ ਆਖੇ ਜੀ ਬਾਬਾ ਬੁੱਢਾ ਸਾਹਿਬ ਜੀ ਅਖੇ ਪੁੱਤਰਾਂ ਦੇ ਦਾਨੀ ਆਖਿਆ ਜਾਂਦਾ, ਤੇ ਅਖੇ ਜੀ ਧੀਆਂ, ਇਹਦੇ 'ਚ ਅਖੇ ਧੀਆਂ ਦਾ ਨਰਾਦਰ ਹੁੰਦਾ। ਤੋ ਸਾਧ ਸੰਗਤ ਜੀ, ਇਹ ਅਰਥ ਜਿਹੜਾ ਵਾ ਉਹ ਨਾ ਲਿਆ ਜਾਵੇ ਕਦੇ ਵੀ। ਬਾਬਾ ਬੁੱਢਾ ਸਾਹਿਬ ਜੀ ਦੇ ਘਰੋਂ ਤਾਂ ਚਾਹੇ ਕੋਈ ਧੀ ਮੰਗ ਲਏ, ਮਾਤਾ ਗੰਗਾ ਜੀਆਂ ਪੁੱਤਰ ਮੰਗਿਆ, ਪੁੱਤਰ ਦੀ ਪ੍ਰਾਪਤੀ ਹੋਈ। ਤੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਵਤਾਰ ਧਾਰਿਆ। ਤੋ ਇਸ ਕਰਕੇ ਕਦੇ ਮਨ ਵਿੱਚ ਇਹ ਨਹੀਂ ਉਹ ਲੈ ਕੇ ਆਉਣਾ ਚਾਹੀਦਾ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਇਹ ਤਾਰਕਿਕ ਲੋਕ ਜਦੋਂ ਕਹਿੰਦੇ ਆ ਕਿ ਅਖੇ ਜੀ ਇਹਦੇ ਵਿੱਚ ਧੀਆਂ ਦਾ ਨਰਾਦਰ ਹੈ, ਇਹ ਜਾਣ ਬੁੱਝ ਕੇ ਇਹ ਨਾਮ ਲਕਬ ਲਾਇਆ ਗਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਤਰਾਂ ਦੇ ਦਾਨੀ ਹਨ। ਤੋ ਇਹ ਸਾਧ ਸੰਗਤ ਜੀ ਫਿਰ ਕਹਿੰਦੇ ਕਿ ਇਹ ਕਿਵੇਂ ਹੋ ਸਕਦਾ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਆਪ ਨਹੀਂ ਸੀ ਕੋਲ ਕੁਝ ਹੈਗਾ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਵਰਦਾਨ ਦੇ ਰਹੇ ਆ। ਤੋ ਗੁਰੂ ਅਰਜਨ ਦੇਵ ਮਹਾਰਾਜ ਸਾਧ ਸੰਗਤ ਜੀ ਸਿੱਖਾਂ ਦੇ ਹਿਰਦੇ 'ਚ ਹੀ ਵਸਦੇ ਆ। ਸੱਚੇ ਪਾਤਸ਼ਾਹ ਮਹਾਰਾਜੀਆਂ 'ਚ ਜਣਾ ਦਿੱਤਾ ਹੈ ਜਿਹੜੇ ਸਾਡੇ ਵਰਗਿਆਂ ਨੂੰ ਕਿ ਜਿਹੜਾ ਕੋਈ ਬ੍ਰਹਮ ਗਿਆਨੀ ਪਰਮੇਸ਼ਰ ਦੀ ਭਗਤੀ ਕਰਨ ਵਾਲਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੂੰ ਪੂਜਣ ਵਾਲਾ, ਉਹਦੇ ਬਚਨ ਭਾਈ ਸੱਤ ਹੁੰਦੇ ਆ, ਉਹ ਬਲ ਰੱਖਣ ਵਾਲਾ ਹੈ। ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਸੋਭਾ ਕਰ ਰਹੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ। ਕਹਿੰਦੇ ਆ ਕਿ ਹੇ ਬਾਬਾ ਬੁੱਢਾ ਸਾਹਿਬ ਜੀ, ਜੋ ਵਚਨ ਤੁਸੀਂ ਕਰਦੇ ਹੋ ਪੂਰੇ ਹੁੰਦੇ ਆ। ਸਾਡੇ ਮਹਿਲ ਗੰਗਾ ਜੀ ਨੂੰ ਤੁਸੀਂ ਆਪਦੀ ਦਾਸੀ ਜਾਣ ਕਰਕੇ ਵਰਦਾਨ ਕੀਤਾ, ਅੱਜ ਤੁਹਾਡੇ ਵਰਦਾਨ ਦਾ ਪ੍ਰਤਾਪ ਵਰਤ ਰਿਹਾ। ਧੰਨ ਧੰਨ ਹਰਗੋਬਿੰਦ ਸਾਹਿਬ ਜਿਹੜੇ ਸਾਡੇ ਸਾਹਿਬਜ਼ਾਦਿਆਂ ਅਵਤਾਰ ਧਾਰਿਆ ਹੈ। ਤਪ ਮਹਿ ਪ੍ਰੀਤ ਤਪਹਾ ਤਪ ਦੀਰਗ, ਤੋ ਤੁਸੀਂ ਤਪੀਆਂ ਚੋਂ ਵੱਡੇ ਤਪੀ, ਭਾਰੀ ਤਪ ਕਰਨ ਵਾਲੇ, ਜਪ ਤਪ ਵਿੱਚ ਪ੍ਰੀਤ ਰੱਖਣ ਵਾਲੇ ਹੋ। ਗੁਰ ਸਿੱਖ ਨਮਹਿ ਮੁਖ ਮਹਾਨ, ਤੇ ਤੁਸੀਂ ਗੁਰਸਿੱਖ ਹੋ, ਪੂਰਨ ਗੁਰਸਿੱਖ ਹੋ। ਤੇ ਸਿੱਖਾਂ ਦੇ ਵਿੱਚੋਂ ਤੁਸੀਂ ਸਾਰਿਆਂ ਤੋਂ ਸ਼੍ਰੋਮਣੀ ਸਿੱਖ ਹੋ, ਸਿੱਖੀ ਦੀ ਹੱਦ ਹੋ। ਤੁਮਰੀ ਮਹਿਮਾ ਕੌਣ ਸਕਹਿ ਕਹਿ, ਹੇ ਬਾਬਾ ਬੁੱਢਾ ਸਾਹਿਬ ਜੀ, ਤੁਹਾਡੀ ਮਹਿਮਾ ਦੱਸੋ ਕੌਣ ਕਹਿ ਸਕਦਾ? ਸਾਥੋਂ ਵੀ ਤੁਹਾਡੀ ਮਹਿਮਾ ਪੂਰੀ ਕਹੀ ਨਹੀਂ ਜਾ ਸਕਦੀ, ਇੰਨੇ ਤੁਹਾਡੇ ਵਿੱਚ ਗੁਣ ਹੈ, ਅਸੀਂ ਗਾ ਕੇ ਸੁਣਾ ਨਹੀਂ ਸਕਦੇ ਹਾਂ। ਸੰਤ ਰੂਪ ਪਰਮੇਸ਼ਵਰ ਮਾਨ, ਤੁਸੀਂ ਸੰਤ ਰੂਪ ਹੋ, ਤੇ ਇਉਂ ਜਾਣ ਲਓ ਵੀ ਸੰਤ ਰੂਪ ਤੇ ਪਰਮੇਸ਼ਰ ਹੀ ਮੰਨ ਲਈਏ ਤੁਹਾਨੂੰ। ਤੁਸੀਂ ਪਰਮੇਸ਼ਰ ਦਾ ਰੂਪ ਜਿਹੜੇ ਹੋ ਆਪ ਜੀ। ਸੁਣ ਗੁਰਦਾਸ ਗੁਰੂ ਕੇ ਬਾਕਨ, ਤੇ ਇਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਜਦੋਂ ਬਚਨ ਸੁਣੇ ਭਾਈ ਗੁਰਦਾਸ ਜੀ ਵਰਗਿਆਂ ਨੇ ਨਾਲ ਖੜਿਆਂ ਨੇ, ਸਨਮਾਨਤ ਬਿਲ ਬੋਲਿਓ ਕਰ ਬੰਦ, ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਭਾਈ ਗੁਰਦਾਸ ਜੀ ਵੀ ਬੋਲੇ ਆ, ਕਹਿੰਦੇ ਹਾਂ ਮਹਾਰਾਜ ਬਿਲਕੁਲ ਤੁਹਾਡਾ ਸੱਚਾ ਬਚਨ ਹੈ। ਸਾਤਿਓ ਕਹਿਤ ਸਰਬਭਾਗਿਆ ਪ੍ਰਭੂ ਤੁਮ, ਮਹਾਰਾਜ ਤੁਸੀਂ ਸਰਬ ਗਿਆਤਾ ਹੋ ਤੇ ਸੱਚ ਕਹਿ ਰਹੇ ਹੋ, ਤੁਹਾਡਾ ਬਚਨ ਬਿਲਕੁਲ ਸੱਚਾ ਹੈ। ਬਾਬਾ ਬੁੱਢਾ ਸਾਹਿਬ ਜੀ ਛੁਪੇ ਹੋਏ ਹੈ, ਪਰ ਇਹ ਤੇ ਉਹ ਜਿਵੇਂ ਪਾਥੀ ਵਿੱਚ ਅੱਗ ਛੁਪੀ ਹੋਵੇ। ਮਹਾਰਾਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਪੂਰਨ ਹੈ, ਪੂਰਨ ਬ੍ਰਹਮ ਗਿਆਨੀ ਹੈ, ਮੁਖੋਂ ਬਚਨ ਕਰੇ ਪੂਰਾ ਹੁੰਦਾ, ਚਾਹੇ ਵਰਦਾਨ ਹੈ ਚਾਹੇ ਸਰਾਪ ਹੈ। ਤੋ ਮਹਾਰਾਜ ਆਪ ਜੀ ਦੇ ਬਚਨ ਬਿਲਕੁਲ ਸੱਚੇ ਹੈ, ਐਦਾਂ ਦੇ ਹੀ ਹਨ ਧੰਨ ਬਾਬਾ ਬੁੱਢਾ ਸਾਹਿਬ ਜੀ। ਪੂਰਨ ਸਭ ਗੁਣ ਗਿਆਨ ਬਿਲੰਦ, ਤੋ ਪੂਰਨ ਹੈ ਸਾਰੇ ਗੁਣਾਂ ਦੇ। ਤੋ ਸਤ ਕਹਿ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਗਿਆਨ ਵਿੱਚ ਪੂਰਨ ਹਨ, ਸਾਰੇ ਗੁਣਾਂ ਵਿੱਚ ਸਮਰੱਥ ਹਨ। ਪੰਜ ਗੁਰਨ ਕੇ ਦਰਸ਼ਨ ਪਰਸੇ, ਕਿਉਂਕਿ ਇਹਨਾਂ ਨੇ ਪੰਜ ਗੁਰਾਂ ਦੇ ਦਰਸ਼ਨ ਕੀਤੇ। ਮਹਾਰਾਜ ਹੁਣ ਛੇਵੇਂ ਦੇ ਕਰ ਰਹੇ ਆ, ਤੁਹਾਡੇ ਸਹਿਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੀਕਰ ਇਹਨਾਂ ਦਰਸ਼ਨ ਕੀਤੇ ਹੋਏ ਆ। ਸੇਵਾ ਕੀਨ ਸੁਲੀਨ ਆਨੰਦ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਪੰਜ ਪਾਤਸ਼ਾਹੀਆਂ ਦੀ ਸੇਵਾ ਕਰ ਕਰਕੇ ਬੜਾ ਆਨੰਦ ਮਾਣਿਆ ਹੈ। ਸਰਬ ਪ੍ਰਸੰਨ ਭਏ ਹੈ ਇਨ ਪਰ, ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਇੱਕ ਇਹੋ ਜਿਹੇ ਸਿੱਖ ਹੈ ਜਿਨ੍ਹਾਂ ਤੇ ਸਾਰੇ ਗੁਰੂ ਪ੍ਰਸੰਨ ਹੋਏ ਆ। ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਆਖਿਆ ਤੁਸੀਂ ਸਿੱਖੀ ਦੀ ਹੱਦ ਹੋ। ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜਿਨ੍ਹਾਂ ਨੇ ਇਹ ਬਚਨ ਕੀਤੇ ਕਿ ਇਹ ਧੰਨ ਬਾਬਾ ਬੁੱਢਾ ਸਾਹਿਬ ਜੀ ਤੁਹਾਥੋਂ ਕਿੱਥੇ ਲੁਕ ਕੇ ਬਈਏ, ਕਿਉਂਕਿ ਜਦੋਂ
ਮਾਤਾ ਭਰਾਈ ਜੀ ਦੇ ਘਰ ਵਿੱਚ ਕੰਧ ਕਢਵਾ ਕੇ ਗੁਰੂ ਅੰਗਦ ਦੇਵ ਮਹਾਰਾਜ ਸੱਜ ਗਏ ਸਨ ਛਿਪ ਕਰਕੇ, ਤੇ ਬਾਬਾ ਬੁੱਢਾ ਸਾਹਿਬ ਦੀਆਂ ਜਾਓ ਜਿਹੜਾ ਭੰਨ ਕੇ ਦਰਵਾਜ਼ਾ ਤੇ ਆਖਿਆ ਸੀਗਾ ਕਿ ਤੁਹਾਨੂੰ ਗੁਰਿਆਈ ਗੁਰੂ ਨਾਨਕ ਪਾਤਸ਼ਾਹ ਨੇ ਲੁਕਣ ਵਾਸਤੇ ਥੋੜੂ ਦਿੱਤੀ ਹੈ। ਇਹੋ ਜਿਹੇ ਸਨ ਧੰਨ ਬਾਬਾ ਬੁੱਢਾ ਸਾਹਿਬ ਜੀ। ਤੇ ਇਸ ਤਰ੍ਹਾਂ ਬੋਲਣ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਕੋਈ ਗੁੱਸਾ ਨਹੀਂ ਕੀਤਾ, ਗਲਵੱਕੜੀ ਵਿੱਚ ਭਰ ਲਿਆ ਸੀ ਬਾਬਾ ਬੁੱਢਾ ਸਾਹਿਬ ਨੂੰ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦੇਵ ਜੀ ਮਹਾਰਾਜ ਦੀਨਾ ਬੰਧੂ ਸੰਨ ਸਾਹਿਬ ਖਾਲਸਾ ਜੀ ਬਾਸਰ ਕੇ ਜਾ ਜਦੋਂ ਬਾਹਰ ਜਿਹੜੇ ਵੈ ਉਹ ਖੇਤ ਵਿੱਚ ਕੋਠੇ ਵਿੱਚ ਜਾਲ ਲੁੱਗ ਗਿਆ, ਜਿੱਥੇ ਹੁਣ ਸੰਨ ਸਾਹਿਬ ਪਾਵਨ ਸਥਾਨ ਬਣਿਆ, ਤੇ ਲਿਖ ਕੇ ਲਾ ਦਿੱਤਾ ਵੀ ਸਾਡਾ ਦਰਵਾਜ਼ਾ ਜਿਹੜਾ ਇਹ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ। ਤੇ ਬਾਬਾ ਬੁੱਢਾ ਸਾਹਿਬ ਜੀ ਪਿੱਛੋਂ ਸੰਨ ਲਾ ਕਰਕੇ ਵਿੱਚ ਵੜੇ ਤੇ ਆਖਿਆ ਸਾਡਾ ਵਚਨ ਤੁਸਾਂ ਕਿਉਂ ਮੋੜਿਆ ਗੁਰੂ ਅਮਰਦਾਸ ਮਹਾਰਾਜ ਜੀਆਂ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨਹੀਂ ਮਹਾਰਾਜ ਉਧਰ ਵੇਖੋ ਤੁਹਾਡਾ ਵਚਨ ਨਹੀਂ, ਉਵੇਂ ਹੀ ਸਲਾਮਤੀ ਹੈ, ਦਰਵਾਜ਼ਾ ਨਹੀਂ ਖੋਲ੍ਹਿਆ ਆਸਾਂ ਨੇ। ਵੇਖ ਕੇ ਖੁਸ਼ ਹੋਏ ਤੇ ਗਲ ਨਾਲ ਲਾ ਕੇ ਆਖਿਆ ਬਾਬਾ ਬੁੱਢਾ ਸਾਹਿਬ ਜੀ ਇਹ ਸੰਨ ਜਿਹੜਾ ਵਾ ਇਹ ਅਮਰ ਹੋ ਗਿਆ। ਜਪਜੀ ਸਾਹਿਬ ਦਾ ਪਾਠ ਕਰਕੇ ਜਿਹੜਾ ਇਸ਼ਨਾਨ ਕਰ ਸਣ ਕੇਸੀ ਦੇ ਵਿੱਚੋਂ ਲੰਘੇਗਾ ਉਹ ਜਮਾਂ ਦਾ ਰਾਹ ਨਹੀਂ ਵੇਖੇਗਾ ਕਦੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਅਨੰਤ ਵਡਾਈ ਦਿੱਤੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੂੰ। ਤੋ ਇਹੋ ਜਿਹੇ ਸਨ। ਆਖਿਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪ੍ਰਿਥੀ ਚੰਦ ਖਾਲਸਾ ਜੀ ਈਰਖਾ ਕਰਦਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ਼ਾਰਾ ਕਰਕੇ ਗਏ ਸੀ ਵੀ ਸਾਡੇ ਛੋਟੇ ਸਾਹਿਬਜ਼ਾਦੇ ਦਾ ਖਿਆਲ ਤੁਸਾਂ ਰੱਖਣਾ। ਬਾਬਾ ਜੀ ਤੁਸੀਂ ਗੁਰੂ ਘਰ ਦੇ ਵਜ਼ੀਰ ਹੋ, ਤੁਸੀਂ ਸਾਰਿਆਂ ਤੋਂ ਸਿਆਣੇ ਹੋ, ਜਿਹੜਾ ਬਚਨ ਤੁਸੀਂ ਕਰੋਗੇ ਇਹ ਅਰਜਨ ਦੇਵ ਤੁਹਾਡਾ ਮੰਨਿਆ ਕਰਨਗੇ। ਇਹ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਂਹ ਫੜਾ ਕਰਕੇ ਗਏ ਸੀ ਖਾਲਸਾ ਜੀ। ਭਾਈ ਗੁਰਦਾਸ ਜੀ ਇਸ ਕਰਕੇ ਕਹਿ ਰਹੇ ਆ ਹੇ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਤਾਂ ਬੜੇ ਆਨੰਦ ਲਏ ਹੋਏ ਆ ਬਾਬਾ ਬੁੱਢਾ ਸਾਹਿਬ ਜੀਆਂ, ਅਸੀਂ ਤਾਂ ਇੱਕ ਸਰੂਪ ਦੀ ਸੇਵਾ ਕਰਕੇ ਨਿਹਾਲ ਹੋ ਗਏ ਆ, ਇਹਨਾਂ ਨੇ ਪੰਜ ਸਰੂਪਾਂ ਦੀ ਸੇਵਾ ਮਹਾਰਾਜ ਕੀਤੀ ਹੋਈ ਹੈ। ਆਪਦੇ ਬਚਨ ਸੱਚ ਹਨ। ਤੋ ਐਸੇ ਇਹ ਮਹਾਤਮਾ ਹਨ ਅਪਰ ਨਾ ਜੁਨੀਅਤ ਇਨਹਾ ਮਨਿੰਦ, ਤੇ ਇਹਨਾਂ ਦੇ ਤੁਲ ਹੋਰ ਕੋਈ ਨਹੀਂ ਜਾਣਿਆ ਜਾਂਦਾ ਹੈ। ਇਮ ਬ੍ਰਿਧ ਕੇ ਗੁਣ ਬ੍ਰਿਧ ਪਨੇਤਬ, ਤੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਭਾਈ ਗੁਰਦਾਸ ਜੀਆਂ ਬਾਬਾ ਬੁੱਢਾ ਸਾਹਿਬ ਜੀ ਦੇ ਬੜੇ ਗੁਣ ਗਾਣੇ ਕੀਤੇ ਐ। ਰਹਿਤ ਪਏ ਸ਼੍ਰੀ ਸਤਗੁਰ ਪਾਸ, ਤੋ ਫਿਰ ਇੱਥੇ ਹੀ ਰਹਿ ਪਏ। ਭਾਈ ਗੁਰਦਾਸ ਜੀ ਵੀ ਇੱਥੇ ਵਡਾਲੀ ਠਹਿਰ ਗਏ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਰੁਕ ਗਏ ਹਨ। ਰਾਮਦਾਸਪੁਰ ਮਹਿ ਸੁਧ ਪਹੁੰਚੀ, ਇਧਰ ਖਬਰ ਰਾਮਦਾਸਪੁਰ ਵਿੱਚ ਵੀ ਪਹੁੰਚ ਗਈ ਹੈ ਵੀ ਮਾਤਾ ਗੰਗਾ ਜੀ ਦੇ ਘਰ ਸਾਹਿਬਜ਼ਾਦੇ ਅਵਤਾਰ ਧਾਰਿਆ। ਅੰਮ੍ਰਿਤਸਰ ਸਾਹਿਬ ਵਿੱਚ ਜਦੋਂ ਖਬਰਾਂ ਪਹੁੰਚੀਆਂ ਹਨ ਗੁਰ ਅਰਜਨ ਕੇ ਪੁੱਤਰ ਪ੍ਰਕਾਸ਼, ਦੱਸਿਆ ਸਿੱਖਾਂ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰ ਸਾਹਿਬਜ਼ਾਦੇ ਅਵਤਾਰ ਧਾਰ ਰਹੇ ਆ, ਧਾਰਿਆ ਹੈ। ਸੁੰਦਰ ਬਸਤਰ ਬਿਭੂਖਣ ਪਹਿਰੇ, ਤੇ ਸਿੱਖਾਂ ਨੇ ਪੈਰ ਜੁੱਤੀ ਨਾ ਪਾਈ, ਚਾਅ ਦੇ ਮਾਰੇ ਸੋਹਣੇ ਗਹਿਣੇ ਲੈ ਲੈ ਕੇ, ਸੋਹਣੀਆਂ ਜਿਹੜੀਆਂ ਉਪਹਾਰ ਲੈ ਲੈ ਕੇ, ਭੇਟਾਵਾਂ ਬਸਤਰ ਲੈ ਲੈ ਕਰਕੇ, ਨਰ ਨਾਰਿਨ ਤਾਜ ਆਪਨ ਆਵਾਸ, ਤੇ ਸੁੰਦਰ ਗਹਿਣੇ ਪਹਿਨ ਕੇ ਬਸਤਰ ਪਹਿਨ ਕੇ ਮਹਾਰਾਜ ਦੇ ਘਰ ਨੂੰ ਜਾਣ ਦੀ ਤਿਆਰੀ ਮਾਈ ਭਾਈ ਸਿੱਖ ਖਿੱਚ ਰਹੇ ਆ। ਭੇਟ ਜਥੋ ਚਿਤ ਲੈ ਸਭ ਆਪਣੇ, ਤੇ ਆਪਣੇ ਘਰ ਛੱਡ ਕੇ ਗੱਡੇ ਤਿਆਰ ਕੀਤੇ ਐ। ਯਥਾ ਉਚਿਤ ਜਿਹੜੀ ਸੀ ਭੇਟਾ ਨਾਲ ਲੈ ਲਈ ਦਰਸ਼ਨਾਂ ਦੀ। ਚਿਤ ਸੋ ਚੌਂਪ ਔਰ ਤਰੇ ਹੁਲਾਸ, ਤੇ ਮਨ ਬੜਾ ਚੌਂਪ ਕਹੀਏ ਸਹਿਤ ਹੈ ਉਤਸ਼ਾਹ ਦੇ, ਬੜਾ ਉਤਸ਼ਾਹ ਹੋ ਰਿਹਾ ਹੈ। ਖੁਸ਼ੀ ਖੁਸ਼ੀ ਸਿੱਖ ਅੰਮ੍ਰਿਤਸਰ ਸਾਹਿਬ ਤੋਂ ਵਡਾਲੀ ਨੂੰ ਤੁਰ ਪਏ ਹਨ। ਅੰਮ੍ਰਿਤਸਰ ਸਾਹਿਬ ਵਾਲੇ ਗ੍ਰਾਮ ਵਡਾਲੀ ਧਾਮ ਗੁਰੂ ਕੇ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਣ ਘਰ ਹੈ ਵਡਾਲੀ ਸਾਹਿਬ ਵਾਲਾ। ਆਣ ਪ੍ਰਵੇਸ਼ੇ ਉਤਸਵ ਥਾਨ, ਤੇ ਜਿੱਥੇ ਉਤਸ਼ਾਹ ਹੋ ਰਿਹਾ ਹੈ, ਉਤਸਵ ਹੁੰਦਾ ਵੇਖ ਕੇ ਸਾਰੇ ਆਣ ਪਹੁੰਚੇ ਹੈ। ਭਣਤ ਵਧਾਈ ਅਰਪ ਉਪਾਇਨ, ਤੇ ਵਧਾਈਆਂ ਦਿੰਦੇ ਆਉਂਦਿਆਂ ਸਾਰ ਉੱਚੀ ਉੱਚੀ ਦਰਵਾਜ਼ੇ ਵਿੱਚ ਖੜ ਕੇ ਹੇ ਜਗਤ ਮਾਤਾ ਮਾਤਾ ਗੰਗਾ ਮਾਤਾ ਜੀ ਤੁਹਾਨੂੰ ਵਧਾਈਆਂ ਹੋਣ। ਪਰਮੇਸ਼ਰ ਅਕਾਲ ਪੁਰਖ ਨੇ ਮਹਾਰਾਜ ਬੜੀ ਸੁਣੀ ਹੈ, ਤੋ ਆਪ ਜੀ ਦੇ ਘਰ ਸਾਹਿਬਜ਼ਾਦੇ ਅਵਤਾਰ ਧਾਰਿਆ, ਸਮੇਂ ਦਾ ਜਿਹੜਾ ਹੈ ਇੱਛਾ ਪੂਰੀ ਹੋਈ ਹੈ। ਤੇ ਅੱਗੇ ਲਿਆ ਕੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਵਾਸਤੇ ਜਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨਾਂ ਵਾਸਤੇ ਭੇਟਾਵਾਂ ਲਿਆ ਕੇ ਅੱਗੇ ਰੱਖਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਦੇ ਆ। ਪਾਇਨ ਪਰ ਹੈ ਆਨੰਦ ਉਦੋਤ, ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਆ ਕੇ ਸੰਗਤਾਂ ਚਰਨੀ ਪਏ ਐ, ਆਨੰਦ ਪੈਦਾ ਹੋ ਰਿਹਾ ਹੈ। ਅਧਿਕ ਜਤਨ ਤੇ ਨੰਦਨ ਉਪਜਿਓ, ਆਖਿਆ ਹੈ ਸੱਚੇ ਪਾਤਸ਼ਾਹ
ਬਹੁਤ ਸਮੇਂ ਪਾ ਕਰਕੇ ਬੜੇ ਯਤਨਾਂ ਦੁਆਰਾ ਆਪ ਜੀ ਦੇ ਘਰ ਸਾਹਿਬਜ਼ਾਦਾ ਪੈਦਾ ਹੋਏ ਹੈ। ਚਿਰਜੀਵੀ ਹੋਏ ਸ੍ਰੀ ਗੁਰ ਜੋਤ। ਇਹ ਸੱਚੇ ਪਾਤਸ਼ਾਹ ਆਪ ਗੁਰੂ ਜੋਤ ਹੋ। ਇਹ ਵੀ ਮਹਾਰਾਜ ਆਪ ਜੀ ਕੀ ਜੋ ਜੋਤ ਹੈ ਹਰਗੋਬਿੰਦ ਸਾਹਿਬ ਚਿਰ ਜੀਵੇ ਹੋਣ, ਭਾਵ ਲੰਮੀ ਆਰਜਾ ਵਾਲੇ ਹੋਵਣ। ਚਾਹਤ ਸੁਤ ਚਿਤ ਚਿੰਤ ਉਦਧ। ਤੋ ਚਿਤ ਉਦਦ ਵਤ, ਜਿਹੜਾ ਇੱਛਾ ਸੀ ਨਾ ਇਹ ਮਾਤਾ ਗੰਗਾ ਜੀ ਦੇ ਹਿਰਦੇ ਵਿੱਚ, ਇਹ ਸਿੱਖ ਕਹਿੰਦੇ ਆ ਇਹ ਸੱਚੇ ਪਾਤਸ਼ਾਹ ਮਾਤਾ ਗੰਗਾ ਜੀ ਦੇ ਹਿਰਦੇ ਵਿੱਚ ਜਿਹੜੀ ਇੱਛਾ ਸੀ ਨਾ ਪੁੱਤਰ ਪ੍ਰਾਪਤੀ ਦੀ, ਉਹ ਤਾਂ ਸਮੁੰਦਰ ਵਾਂਗੂ ਬਣ ਚੁੱਕੀ। ਜਿਵੇਂ ਸਮੁੰਦਰ ਹੁੰਦਾ ਨਾ, ਇਸ ਤਰ੍ਹਾਂ ਚਿੰਤਾ ਵੱਧ ਚੁੱਕੀ ਸੀ। ਆਸ ਗੰਗਾ ਤਿਸ ਕੇ ਇਹੋ ਪੋਤ। ਤੇ ਧੰਨ ਮਾਤਾ ਗੰਗਾ ਜੀ ਚਿੰਤਾ ਰੂਪੀ ਸਮੁੰਦਰ ਵਿੱਚ ਡੁੱਬ ਰਹੇ ਸੀ, ਘਰ ਵਿੱਚ ਪੁੱਤਰ ਕੋਈ ਨਹੀਂ ਸੀ। ਤੇ ਅੱਜ ਹਰਗੋਬਿੰਦ ਸਾਹਿਬ ਨੇ ਅਵਤਾਰ ਧਾਰਿਆ ਸੱਚੇ ਪਾਤਸ਼ਾਹ। ਇਹ ਮਾਨੋ ਮਾਤਾ ਗੰਗਾ ਜੀ ਨੂੰ ਬੇੜੀ ਮਿਲ ਗਈ ਹੋਵੇ ਡੁੱਬਦੀ ਨੂੰ। ਇਹ ਅਵਤਾਰ ਧਾਰ ਕੇ ਬੇੜਾ ਮਿਲਿਆ ਹੈ ਮਾਤਾ ਗੰਗਾ ਜੀ ਨੂੰ, ਚਿੰਤਾ ਰੂਪੀ ਸਮੁੰਦਰ ਚੋਂ ਉਧਰ ਗਏ ਹਨ। ਰਾਮਦਾਸਪੁਰ ਕੀ ਸਭ ਨਾਰੀ। ਤੋ ਰਾਮਦਾਸਪੁਰ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਹੈ, ਇਥੋਂ ਦੀਆਂ ਜਿੰਨੀਆਂ ਮਾਈਆਂ ਹਨ ਮਿਲ ਬਾਲਕ ਅਵਲੋਕਨ ਚਾਹੇ। ਤੇ ਚਾਹੁੰਦੇ ਆ ਹੁਣ ਅਸੀਂ ਵੇਖੀਏ ਧੰਨ ਧੰਨ ਮਾਤਾ ਗੰਗਾ ਜੀ ਦੇ ਸਾਹਿਬਜ਼ਾਦੇ ਕਿਦਾਂ ਦੇ ਹਨ। ਤਿਸ ਘਰ ਕੇ ਦਰ ਪਾਰ ਹੋਏ ਠਾਡੀ। ਤੋ ਉਹ ਜਿੱਥੇ ਮਾਤਾ ਗੰਗਾ ਜੀ ਦਾ ਨਿਵਾਸ ਸੀਗਾ, ਹੁਣ ਉਹਦੇ ਦਰਵਾਜ਼ੇ ਅੱਗੇ ਜਾ ਸਭ ਮਾਈਆਂ ਖੜੀਆਂ ਹੋਈਆਂ ਹਨ। ਨਮੋ ਕੀਨ ਔਰ ਬਹਾ ਉਤਸਾਹੇ। ਤੇ ਨਮਸਕਾਰ ਕਰ ਰਹੀਆਂ, ਹਿਰਦੇ ਵਿੱਚ ਬੜਾ ਉਤਸ਼ਾਹ ਹੈ, ਬਹੁਤ ਖੁਸ਼ੀ ਹੋ ਰਹੀ ਹੈ। ਤੇ ਨਮਸਕਾਰ ਦੂਰੋਂ ਹੀ ਖੜ ਖੜ ਕੇ ਕਰ ਰਹੇ ਹਨ। ਸਾਹਿਬ ਜਾਦੇ ਕੋ ਸੋਭ ਦਰਸ਼ਨ। ਦਿਖਰਾਵਾ, ਇਹ ਅਰਥਾਂ ਵਾਸਤੇ ਇਹਦਾ ਵਿਸ਼ਰਾਮ ਦਿਖਰਾਵਾ ਤੋਂ ਜਾਏਗਾ। ਤੋ ਸਵਈਏ ਦੀ ਚਾਲ ਮੁਤਾਬਕ ਜਿਹੜਾ ਵਾ ਦਰਸ਼ਨ ਤੇ ਵਿਸ਼ਰਾਮ ਹੈ। ਤੋ ਕਹਿੰਦੇ ਆ ਇਹ ਮਾਤਾ ਗੰਗਾ ਜੀ ਸਾਨੂੰ ਵੀ ਵਿਖਾਓ ਖਾਂ ਆਪਦੇ ਸਾਹਿਬਜ਼ਾਦੇ ਦੇ, ਅਸੀਂ ਵੀ ਦਰਸ਼ਨ ਕਰ ਲਈਏ। ਦਿਖਰਾਵਾ ਕਹਿ ਪ੍ਰੇਮ ਓ ਮਾਹੇ। ਤੇ ਇਸ ਤਰ੍ਹਾਂ ਪ੍ਰੇਮ ਵਿੱਚ ਖੁਸ਼ ਹੋਏ ਹੋਏ ਸਿੱਖ ਜਿਹੜੇ ਉੱਚੀ ਉੱਚੀ ਉਤਸ਼ਾਹ ਨਾਲੇ ਬਚਨ ਮਾਈਆਂ ਕਰਦੀਆਂ ਅੰਮ੍ਰਿਤਸਰ ਸਾਹਿਬ ਵਾਲੀਆਂ, ਮਾਤਾ ਗੰਗਾ ਜੀ ਸਾਨੂੰ ਵੀ ਵਿਖਾਓ ਖਾਬ ਦੇ ਸਾਹਿਬਜ਼ਾਦੇ ਦੇ ਦਰਸ਼ਨ ਕਰ ਲਈਏ। ਧਾਏ ਲਿਓ ਸਿਸ ਦੋਨਾ ਕਰ ਪਾਰ। ਤੇ ਦੋਵਾਂ ਹੱਥਾਂ ਤੇ ਜਿਹੜੀ ਦਾਈ ਹੈ ਉਹਨੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੁੱਕ ਲੈਣਾ ਕੀਤਾ ਹੈ। ਦੇਖੋ ਦੇਖੋ ਕਰ ਬਲ ਬਲ ਜਾਹੇ। ਤੇ ਇਹ ਅੰਮ੍ਰਿਤਸਰ ਸਾਹਿਬ ਵਾਲੀ ਸੰਗਤ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੀ। ਦਾਈ ਨੇ ਬਾਹਰ ਲੈ ਆਂਦਾ ਘਰ ਵਿੱਚੋਂ, ਤੋਂ ਲਿਜਾ ਉੱਥੇ ਮਾਈਆਂ ਦਰਸ਼ਨ ਕਰਦੀਆਂ ਹਰਗੋਬਿੰਦ ਸਾਹਿਬ ਮਹਾਰਾਜ ਦੇ। ਬਾਲ ਅਵਸਥਾ ਵਿੱਚ ਦਰਸ਼ਨ ਕਰ ਕਰਕੇ ਮਹਾਰਾਜ ਦਾ ਚੰਦ ਸਰੀਖਾ ਮੁਖ ਵੇਖ ਕੇ, ਤੋ ਜਿਹੜੇ ਚਰਨ ਹੈ ਕਮਲ ਵਰਗੇ ਵੇਖ ਵੇਖ ਮਾਈਆਂ ਬਹੁਤ ਜਿਹੜੀ ਆ ਸੰਗਤ ਅੰਮ੍ਰਿਤਸਰ ਸਾਹਿਬ ਵਾਲੀ ਖੁਸ਼ ਹੋ ਰਹੀ, ਬਲਿਹਾਰੇ ਜਾਂਦੀ ਹੈ। ਸਭ ਨਾਰੇ ਨ ਸੋ ਗੰਗ ਉਚਾਰਤ। ਤੇ ਸਾਰੀਆਂ ਮਾਈਆਂ ਜਿਹੜੀਆਂ ਮਾਤਾ ਗੰਗਾ ਜੀ ਨੂੰ ਕਹਿ ਰਹੀਆਂ ਹਨ, ਹੇ ਪ੍ਰਿਯ ਸਖੀ ਸੁਨਹਾ ਮਨ ਲਾਏ। ਤੋ ਜਾਂ ਮਾਤਾ ਗੰਗਾ ਜੀ ਕਹਿੰਦੇ ਆ ਹੇ ਸਾਡੀ ਸਖੀਓ ਭੈਣੋ ਮਨ ਲਾ ਕੇ ਸਾਡਾ ਬਚਨ ਸੁਣ ਲਓ ਤੁਸੀਂ। ਬੁੱਢੇ ਸਾਹਿਬ ਦੇ ਹਮ ਕੋ ਬਾਰ। ਤੋ ਇਹ ਵਰਦਾਨ ਸਾਨੂੰ ਬਾਬਾ ਬੁੱਢਾ ਸਾਹਿਬ ਜੀਆਂ ਦਿੱਤਾ ਹੈ। ਮਾਤਾ ਗੰਗਾ ਜੀ ਵੀ ਉਸਤਤੀ ਕਰਦੇ ਹੈ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ। ਕਿਹੜੀ ਰਚਨਾ ਖਾਲਸਾ ਜੀ ਜਿਹੜੀ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਦੀ ਸਿਫਤ ਨਹੀਂ ਕਰਦੀ ਹੈ। ਮਾਤਾ ਗੰਗਾ ਜੀ ਨੂੰ ਜਦੋਂ ਇਹ ਵਰਦਾਨ ਮਿਲਿਆ, ਮਾਈਆਂ ਅੰਮ੍ਰਿਤਸਰ ਸਾਹਿਬ ਦੀ ਸੰਗਤ ਵੇਖਣ ਆਈ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ, ਤੇ ਮਾਤਾ ਗੰਗਾ ਜੀ ਕਹਿੰਦੇ ਇਹ ਸਾਡੀ ਉਹ ਸਖੀਓ ਇਹ ਭੈਣੋ ਸਾਨੂੰ ਜਿਹੜਾ ਵਰਦਾਨ ਮਿਲਿਆ ਨਾ, ਇਹ ਤਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕੀਤੀ, ਵਰਦਾਨ ਦਿੱਤਾ ਹੈ। ਕਰਿਓ ਨਿਹਾਲ ਪਇਓ ਸੁਖ ਦਾਏ। ਸਾਨੂੰ ਪੁੱਤਰ ਦੀ ਦਾਤ ਬਖਸ਼ ਕੇ ਨਿਹਾਲ ਕਰ ਦਿੱਤਾ ਹੈ, ਦੁੱਖ ਦਾ ਨਾਸ਼ ਹੋ ਗਿਆ ਹੈ। ਕੁਲ ਭੂਖਣ ਸਭ ਘਰ ਕੋ ਦੀਪਕ। ਤੋ ਇਹ ਸਾਡੀ ਕੁਲ ਦਾ ਭੂਖਣ ਹੋਇਆ ਭਾਈ, ਸੋਢੀਆਂ ਦੀ ਵੰਸ਼ ਦਾ ਭੂਖਣ ਹੋਣਗੇ ਹਰਗੋਬਿੰਦ ਸਾਹਿਬ। ਸਾਡੇ ਘਰ ਦੇ ਹਨੇਰੇ ਦੇ ਵਿੱਚ ਦੀਵੇ ਵਾਂਗੂ ਪ੍ਰਕਾਸ਼ ਹੋਏ ਹਨ। ਸੁੰਦਰ ਸੁਤ ਐਸੋ ਅਬ ਪਾਏ। ਵੀ ਜਿਵੇਂ ਹਨੇਰੇ ਘਰ ਵਿੱਚ ਦੀਵਾ ਜਗ ਪਏ ਤੇ ਚਾਨਣ ਹੁੰਦਾ ਹੈ, ਸਾਡੀ ਜ਼ਿੰਦਗੀ ਵਿੱਚ ਸਾਡੇ ਘਰ ਵਿੱਚ ਚਾਨਣ ਕਰ ਦਿੱਤਾ ਹਰਗੋਬਿੰਦ ਸਾਹਿਬ ਨੇ ਅਵਤਾਰ ਧਾਰ ਕੇ। ਇਹੋ ਜਿਹਾ ਪੁੱਤਰ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਵਰ ਤੋਂ ਪਾਇਆ ਹੈ। ਹੇ ਸਜਣੀ ਇਸ ਰਜਨੀ ਉਪਰ। ਬਾਕੀ ਹੈ ਮੇਰੀ ਉਹ ਸਖੀ ਉਹ ਸਹੇਲੀਓ ਇਹ ਭੈਣੋ, ਮਾਤਾ ਜੀ ਕਹਿੰਦੇ ਕੀ ਕਹੀਏ ਜਿਹੜੀ ਰਾਤ ਲੰਘ ਕੇ ਗਈ ਹੈ ਨਾ, ਜਿਸ ਰਾਤ ਵਿੱਚ
ਹਰਗੋਬਿੰਦ ਸਾਹਿਬ ਸਾਡੇ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ, ਜਿਹੜੀ ਰਾਤ ਲੰਘ ਕੇ ਗਈ ਹੈ ਇਸ ਰਾਤ ਦੇ ਉੱਤੋਂ ਦੀ। ਉਮਗ ਉਮਗ ਮਨ ਬਲ ਬਲ ਜਾਏ। ਅਸੀਂ ਤਾਂ ਵਾਰ-ਵਾਰ ਉਛਲ ਕੇ ਸਾਡਾ ਮਨ ਬਲਿਹਾਰ ਬਲ ਬਲ ਸਦਕੇ ਸਦਕੇ ਜਾਂਦਾ ਹੈ ਲੰਘੀ ਹੋਈ ਰਾਤ ਤੋਂ, ਜਦੋਂ ਸਾਹਿਬਜ਼ਾਦਿਆਂ ਅਵਤਾਰ ਧਾਰਿਆ ਹੈ ਸੀ। ਕਰ ਦਰਸ਼ਨ ਸੁੰਦਰ ਸਿਸ ਕੇਰਾ। ਤੋ ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਵਾਲੀ ਸੰਗਤ ਇਹ ਹਰਗੋਬਿੰਦ ਸਾਹਿਬ ਬਾਲ ਦਾ ਦਰਸ਼ਨ ਕਰ ਕਰਕੇ ਅਧਿਕ ਸਰਾਹਤ ਰੂਪ ਤੇ ਵਿਸ਼ਾਲ। ਬੜੀ ਸਲਾਹਤਾ ਕਰਦੀਆਂ ਮਾਈਆਂ ਕਿ ਇਹ ਮਾਤਾ ਜੀ ਤਾਂ ਬੜਾ ਸੁੰਦਰ ਸਰੂਪ ਵਾਲਾ ਬਾਲਕ ਹੈ ਦਿਸ ਰਹਿਆ। ਬ੍ਰਿਧ ਕੇ ਬਾਰ ਤੇ ਬ੍ਰਿਧ ਹੋਏ ਬੈ। ਬਾਕੀ ਜੇ ਬਾਬਾ ਬੁੱਢਾ ਸਾਹਿਬ ਨੇ ਵਰ ਦਿੱਤਾ ਹੈ ਨਾ, ਤੇ ਵੇਖਿਆ ਜੇ ਬਾਬਾ ਬੁੱਢਾ ਸਾਹਿਬ ਜੀ ਵਾਂਗੂ ਇਹਦੀ ਵੀ ਬੜੀ ਲੰਮੀ ਉਮਰਾ ਹੋਵੇਗੀ। ਆਸ਼ਿਖ ਦੇਤ ਪ੍ਰੇਮ ਕੇ ਨਾਲ। ਇਸ ਤਰ੍ਹਾਂ ਖਾਲਸਾ ਜੀ ਸੰਗਤਾਂ ਮਾਈਆਂ ਮਾਤਾ ਗੰਗਾ ਜੀ ਨੂੰ ਅਸੀਸਾਂ ਦਿੰਦੀਆਂ ਪ੍ਰੇਮ ਦੇ ਨਾਲ। ਗੁਰੂ ਦੇਗ ਕੋ ਭੋਜਨ ਆਚ ਸਭ। ਇਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਵਾਲੀ ਸੰਗਤ ਨੇ ਇੱਥੇ ਲੰਗਰ ਵਿੱਚ ਸਭ ਰਲ ਕੇ ਭੋਜਨ ਛਕਿਆ ਹੈ। ਰਾਮਦਾਸਪੁਰ ਕੇ ਮਗ ਚੱਲ। ਤੇ ਇਥੋਂ ਅੰਮ੍ਰਿਤਸਰ ਸਾਹਿਬ ਦੇ ਰਸਤੇ ਮੁੜ ਗਈਆਂ ਹਨ। ਸੋ ਜਸ ਪਰਸ ਪਾਰ ਉਚਰਤ ਹਿਤ ਧਾਰ। ਤੇ ਆਪਸ ਵਿੱਚ ਰਲ ਕਰਕੇ ਬੜੀ ਵਡਿਆਈ ਕਰਦੇ ਆ ਮਾਤਾ ਗੰਗਾ ਜੀ ਦੇ ਖੁੱਲੇ ਦਿਲ ਦੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ, ਤੇ ਵਿਸ਼ੇਸ਼ ਕਰਕੇ ਬਾਲਕ ਹਰਗੋਬਿੰਦ ਸਾਹਿਬ ਦੀ ਸੋਹਣਾ ਸਰੂਪ ਵੇਖਿਆ। ਤੇ ਜਾਂਦੀਆਂ ਮਾਈਆਂ ਇਹ ਸੰਗਤਾਂ ਅੰਮ੍ਰਿਤਸਰ ਸਾਹਿਬ ਦੀਆਂ ਬਹੁਤ ਸੋਭਾ ਕਰਦੀਆਂ ਜਾ ਰਹੀਆਂ ਹਨ। ਪਹੁੰਚੇ ਸਦਨ ਨਾਰ ਨਾਰ ਜਾਲ। ਤੋ ਇਸ ਤਰ੍ਹਾਂ ਸੋਭਾ ਕਰਦੀ ਹੋਈ ਅੰਮ੍ਰਿਤਸਰ ਸਾਹਿਬ ਵਾਲੀ ਸਾਰੀ ਸੰਗਤ ਦਰਸ਼ਨ ਕਰਕੇ ਵਡਾਲੀ ਸਾਹਿਬ ਤੋਂ ਤੇ ਅੰਮ੍ਰਿਤਸਰ ਸਾਹਿਬ ਆਪਣੇ ਘਰਾਂ ਨੂੰ ਪੁੱਜੀ ਹੈ। ਇਸ ਤੋਂ ਬਾਅਦ ਖਾਲਸਾ ਜੀ ਫਿਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਰਸ਼ਨ ਕਰਨ ਆਏ ਬਾਲਕ ਹਰਗੋਬਿੰਦ ਸਾਹਿਬ ਮਹਾਰਾਜ ਦੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਉਂਦਿਆਂ ਵੇਖ ਕੇ ਆਪਣੇ ਦੋਵੇਂ ਚਰਨ ਉੱਪਰ ਕਰ ਲਏ। ਵੇਖ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਦੂਰੋਂ ਹੀ ਵੇਖ ਕੇ ਕਹਿ ਦਿੱਤਾ ਵੀ ਬਲਿਹਾਰ ਜਾਈਏ ਬਲਿਹਾਰ ਜਾਈਏ, ਇਹਨਾਂ ਤੋਂ ਇਹਨਾਂ ਦੇ ਪੈਰ ਦੇ ਵਿੱਚ ਚੌਰ ਦਾ ਨਿਸ਼ਾਨ ਹੈ, ਅਜਾਣ ਬਾਹੂ ਹੋਣਗੇ। ਤੇ ਖੁੱਲਾ ਸਰੀਰ ਵੇਖ ਕੇ ਆਖਿਆ ਉਹ ਵੀ ਤਾਂ ਪਰਮੇਸ਼ਰ ਨੇ ਖਰੇ ਕਿਹੜੇ ਸਮੇਂ ਸਾਡੇ ਮੁਖੋਂ ਬਚਨ ਕਹਾ ਦਿੱਤੇ, ਉਹ ਬਿਲਕੁਲ ਇਨ ਬਿਨ ਵੈਸੇ ਹੀ ਹੈ। ਅਜਾਣ ਬਾਹੂ ਬੰਦੀ ਛੋੜ ਹੋਣਗੇ, ਦੁਸ਼ਮਣ ਦਾ ਜਿਹੜਾ ਹੈ ਉਹ ਜੰਗ ਦੇ ਮੈਦਾਨ ਵਿੱਚ ਨਾਸ਼ ਕਰਨ ਵਾਲੇ ਹੋਣਗੇ। ਜਿਵੇਂ ਭੁੱਖਾ ਸ਼ੇਰ ਜਿਹੜਾ ਹੈ ਪੈਂਦਾ ਬੱਕਰੀਆਂ ਨੂੰ ਦੜਾਉਂਦਾ ਹੈ ਨਾ, ਜੰਗ ਦੇ ਮੈਦਾਨ ਵਿੱਚ ਧਰਤੀ ਲਾਲ ਕਰ ਸੁੱਟਣਗੇ ਜਿੱਧਰ ਪਿਆ ਕਰਨਗੇ। ਇਹ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੀ ਰੇਖਾ ਵੇਖ ਕੇ ਤੇ ਬਚਨ ਕਹੇ ਸਨ। ਤੋ ਇਹ ਪਾਵਨ ਪਵਿੱਤਰ ਜਿਹੜਾ ਪ੍ਰਸੰਗ ਹੈ ਆਪਾਂ ਰਹਿੰਦਾ ਥੋੜਾ ਜਿਹਾ ਕੱਲ ਦੇ ਦੀਵਾਨ ਵਿੱਚ ਵਿਚਾਰਿਆ ਜਾਵੇਗਾ। ਇੱਥੇ ਖਾਲਸਾ ਦੀ ਸਮਾਪਤੀ ਹੈ। ਇੱਧਰ ਜਦੋਂ ਪਤਾ ਲੱਗਿਆ ਬੀਬੀ ਕਰਮੋਂ ਨੂੰ ਵੀ ਮਾਤਾ ਗੰਗਾ ਜੀ ਦੇ ਘਰ ਵਿੱਚ ਤਾਂ ਸਾਹਿਬਜ਼ਾਦੇ ਨੇ ਅਵਤਾਰ ਧਾਰ ਲਿਆ, ਤੇ ਪ੍ਰਿਥੀ ਚੰਦ ਨੂੰ ਪਤਾ ਲੱਗਿਆ, ਫਿਰ ਇਹਨਾਂ ਨੇ ਦਾਈ ਲੱਭਣੀ ਸ਼ੁਰੂ ਕੀਤੀ ਵੀ ਜਿਹਦੇ ਅਸਥਾਨਾਂ ਨੂੰ ਜ਼ਹਿਰ ਲਾ ਕਰਕੇ ਤੇ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿਹੜਾ ਵਾ ਇਹ ਸੰਸਾਰ ਤੇ ਰਹਿਣ ਨਾ ਦਿੱਤਾ ਜਾਵੇ। ਮਾਤਾ ਗੰਗਾ ਜੀ ਦੇ ਘਰ ਦੀ ਖੁਸ਼ੀ ਵੇਖ ਕੇ ਸਣ ਕਪੜੀ ਇਹਨਾਂ ਨੂੰ ਅੱਗ ਲੱਗ ਗਈ। ਤੋ ਇਹਨਾਂ ਫਿਰ ਕੀ ਨਹੀਂ ਕੀਤਾ, ਦਹੀਂ ਵਿੱਚ ਜ਼ਹਿਰ ਮਿਲਾਉਣੀ, ਪ੍ਰੋਤ ਨੂੰ ਮਾਇਆ ਦੇ ਕੇ ਖਰੀਦਣਾ, ਸੱਪ ਸਿੱਟਣਾ ਇਹਨਾਂ ਦੇ ਘਰ ਵਿੱਚ ਹਰਗੋਬਿੰਦ ਸਾਹਿਬ ਮਹਾਰਾਜ ਦੇ। ਥੋੜਾ ਜਿਵੇਂ ਵੱਡੇ ਹੁੰਦੇ ਗਏ ਉਵੇਂ ਖਾਲਸਾ ਜੀ ਇਹਨਾਂ ਦੇ ਜਿਹੜੇ ਵਾ ਬੁੱਲ ਸੁੱਕਦੇ ਗਏ। ਬਹੁਤ ਦੁਖੀ ਸਨ ਮਹਾਰਾਜ ਦੇ ਘਰ ਦੀ ਖੁਸ਼ੀ ਵੇਖ ਕੇ। ਉਹ ਪ੍ਰਿਥੀ ਚੰਦ ਦੀਆਂ ਖੋਟੀਆਂ ਚਾਲਾਂ, ਬੀਬੀ ਕਰਮੋਂ ਦੀ ਈਰਖਾ ਦਾ ਪ੍ਰਸੰਗ ਅੱਗੇ ਚੱਲੇਗਾ, ਜਿਵੇਂ ਆਵੇਗਾ ਸੁਣਾਂਗੇ। ਹੁਣ ਇੱਥੇ ਸਮਾਪਤੀ ਹੈ, ਸਮਾਂ ਹੋ ਗਿਆ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਗੁਰੂ ਦੇਗ ਕੋ ਭੋਜਨ ਆਚ ਸਭ, ਰਾਮਦਾਸਪੁਰ ਕੇ ਮਗ ਚਾਲ। ਸੋ ਜਸ ਪਰਸ ਪਾਰ ਉਚਰਤ ਹਿਤ ਧਾਰ, ਪਹੁੰਚੇ ਸਦਨ ਨਾਰ ਨਾਰ ਜਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।